ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ। ਜਿਨ ਕਲ ਰਾਖੀ ਮੇਰੀ ਤੂੰ ਸਮਰੱਥ ਅਗਤ ਅਗੋਚਰ। ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ ਤੂੰ ਸੁਲਤਾਨ ਕਹਾਵਾਂ ਮੀਆਂ। ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਏ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ ਅਗਮ ਅਗੋਚਰ। ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਗਮ ਅਗੋਚਰ। ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨਮੁਖ ਬਾਲਕ ਬਿਰਧ ਸਮਾਨ ਹੈ। ਜਿਨਾ ਅੰਤਰ ਹਰ ਸੁਰਤ ਨਾਹੀ। ਵਿਚ ਹਉਮੈ ਕਰਮ ਕਮਾਵਦੇ। ਸਭ ਧਰਮ ਰਾਈ ਕੈ ਜਾਹੀ। ਗੁਰਮੁਖ ਆਛੇ ਨਿਰਮਲੇ। ਗੁਰ ਕੈ ਸ਼ਬਦ ਸੁਭਾਈ। ਉਹਨਾਂ ਮੈਲ ਪਤੰਗ ਨਾ ਲਗਾਈ। ਜੇ ਚੱਲਨ ਸਤਿਗੁਰ ਭਾਈ। ਮਨਮੁਖ ਝੂਠ ਨਾ ਉਤਰੈ। ਜੇ ਸੋ ਧੂਵਣ ਪਾਈ। ਨਾਨਕ ਗੁਰਮੁਖ ਮਿਲਿਅਨ ਗੁਰ ਕੈ ਅੰਗ ਸਮਾਈ। ਮਨਮੁਖ ਝੂਠ ਨਾ ਉਤਰੈ। ਜੇ ਸੋ ਧੂਵਣ ਪਾਈ। ਨਾਨਕ ਗੁਰਮੁਖ ਮਿਲਿਅਨ ਗੁਰ ਕੈ ਅੰਗ ਸਮਾਈ। ਮਨਮੁਖ ਬਾਲਕ ਬਿਰਧ ਸਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ
ਚਬਰ ਸ਼ਦਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਸਰਬ ਸਾਂਝੀ ਵਾਲਤਾ ਦੇ ਪੈਗੰਬਰ, ਦੀਨ ਅਤੇ ਦੁਨੀਆ ਦੇ ਰਾਖੇ, ਮਨੁੱਖਤਾ ਦੇ ਸਾਂਝੇ ਰਹਿਬਰ, ਗੁਰਤਾ ਗੱਦੀ ਤੇ ਸੁਭਾਇਮਾਨ, ਹਲਤ ਪਲਤ ਕੇ ਰੱਖਿਅਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ। ਆਪ ਸਰਬੱਤ ਗੁਰਸਿੱਖ ਸੰਗਤ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਲਈ ਪੁੱਜੇ ਹੋ। ਬਹੁਤ ਹੀ ਪਿਆਰ ਸਤਿਕਾਰ ਵਿੱਚ ਆਪ ਜੀ ਨੇ ਗੁਰੂ ਗੋਦੀ ਅੰਦਰ ਬੈਠ ਕੇ ਗੁਰਬਾਣੀ ਦੇ ਨਿਤਨੇਮ ਔਰ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਸਾਨੂੰ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ ਗੁਰ ਸ਼ਬਦ ਵਿਚਾਰ ਨਾਲ ਜੁੜਨ ਦਾ ਸਮਾਂ ਵੀ ਪ੍ਰਾਪਤ ਹੋਇਆ ਹੈ। ਆਓ ਇਸ ਮਿਲੇ ਹੋਏ ਸਮੇਂ ਨੂੰ ਗੁਰਮਤਿ ਔਰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਗੁਰ ਸ਼ਬਦ ਦੀ ਵਿਚਾਰ ਕਰਕੇ ਜਿੱਥੇ ਅਸੀਂ ਆਪਣੇ ਜੀਵਨ ਦੀਆਂ ਘੜੀਆਂ ਪਲਾਂ ਸਮੇਂ ਨੂੰ ਸਫਲ ਕਰਨਾ ਹੈ, ਉੱਥੇ ਸਤਿਗੁਰਾਂ ਨੇ ਅੱਜ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਨਾ ਹੈ, ਉਸ ਉਪਦੇਸ਼ ਨੂੰ ਵੀ ਆਪਣੇ ਹਿਰਦੇ ਵਿੱਚ ਵਸਾ ਕੇ ਔਰ ਉਸ ਮਾਰਗ ਉੱਤੇ ਚੱਲਣ ਦਾ ਯਤਨ ਵੀ ਕਰਨਾ ਹੈ, ਤਾਂ ਕਿ ਅਸੀਂ ਸੰਸਾਰ 'ਚ ਰਹਿੰਦੇ ਹੋਏ ਘਰ ਪਰਿਵਾਰ ਸਮਾਜ ਦੀਆਂ ਰਿਸ਼ਤੇਦਾਰੀਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਨਾਲ ਨਾਲ ਪਰਮਾਰਥ ਵੀ ਕਮਾ ਸਕੀਏ, ਰੂਹਾਨੀਅਤ ਕਮਾ ਸਕੀਏ, ਆਪਣਾ ਜੀਵਨ ਵੀ ਸਫਲ ਕਰ ਸਕੀਏ। ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦਾ ਤੱਤ ਭਾਵ ਇਸ ਤਰ੍ਹਾਂ ਹੈ। ਮਹਾਰਾਜ ਸਾਹਿਬ ਕਹਿ ਰਹੇ ਆ ਕਿ ਮਨੁੱਖ ਆਤਮਿਕ ਤੌਰ ਤੇ ਕਮਜ਼ੋਰ ਹੁੰਦਾ ਹੈ, ਕਿਉਂਕਿ ਉਸ ਦੀ ਸੁਰਤ ਵਿੱਚ ਵਾਹਿਗੁਰੂ ਜੀ ਦੇ ਸ਼ਬਦ ਵਿੱਚ ਜਿਹੜੀ ਉਹਦੀ ਸੁਰਤ ਲੀਨ ਨਹੀਂ ਹੁੰਦੀ। ਕੱਲ੍ਹ ਵਾਲੇ ਸ਼ਬਦ 'ਚ ਗੁਰਮੁਖ ਦੀ ਗੱਲ ਸੀ, ਅੱਜ ਮਨਮੁਖ ਦੀ ਗੱਲ ਹੈ। ਗੁਰਮੁਖ ਦੀ ਸੁਰਤ ਕਦੇ ਕਮਜ਼ੋਰ ਨਹੀਂ ਹੁੰਦੀ, ਮਨਮੁਖ ਦੀ ਸੁਰਤ ਕਦੇ ਬਲਵਾਨ ਨਹੀਂ ਹੁੰਦੀ। ਇੰਨੇ ਫਰਕ ਹੈ। ਉਹ ਬਾਲਕ ਵੀ ਬੁੱਢਿਆਂ ਸਮਾਨ ਨਜ਼ਰ ਆਉਂਦਾ ਹੈ। ਹਉਮੈ ਵਿੱਚ ਕੀਤੇ ਕਰਮਾਂ ਕਾਰਨ ਉਸਨੂੰ ਵਿਕਾਰਾਂ ਦੀ ਮੈਲ ਜਿਹੜੀ ਉਹ ਲੱਗੀ ਰਹਿੰਦੀ ਹੈ। ਅੰਤ ਉਸਨੂੰ ਧਰਮਰਾਜ ਦੇ ਕੋਲ ਪੇਸ਼ ਹੋਣਾ ਪੈਂਦਾ ਹੈ, ਖੱਜਲ ਖੁਆਰ ਹੋਣਾ ਪੈਂਦਾ ਹੈ। ਕਰਮਾਂ ਦੇ ਹਿਸਾਬ ਨਾਲ ਸਜ਼ਾਵਾਂ ਜਿਹੜੀਆਂ ਮਿਲਦੀਆਂ ਉਹ ਭੁਗਤਣੀਆਂ ਪੈਂਦੀਆਂ ਨੇ। ਗੁਰਮੁਖ ਜਿਹੜੇ ਗੁਰੂ ਦੇ ਸ਼ਬਦ ਵਿੱਚ ਲੀਨ ਹੋਣ ਕਰਕੇ ਵਿਕਾਰਾਂ ਦੀ ਮੈਲ ਤੋਂ ਰਹਿਤ ਇੱਕ ਸਾਫ਼ ਸੁਥਰੇ, ਇੱਕ ਪਵਿੱਤਰ, ਇੱਕ ਨਿਰਮਲ ਜੀਵਨ ਵਾਲੇ ਹੁੰਦੇ ਨੇ। ਤਾਂ ਅਸਲ ਗੱਲ ਇਹ ਹੈ ਕਿ ਉਹ ਪ੍ਰਭੂ ਆਪ ਹੀ ਗੁਰਮੁਖਾਂ ਨੂੰ ਗੁਰੂ ਦੀ ਗੋਦ ਵਿੱਚ ਬਿਠਾ ਕੇ ਆਪਣੇ ਨਾਲ ਮਿਲਾ ਲੈਂਦਾ, ਆਪਣਾ ਰੂਪ ਦੇ ਦਿੰਦਾ, ਆਪਣੇ ਵਰਗਾ ਬਣਾ ਲੈਂਦਾ। ਇੱਕ ਮਿਗਤਾ ਹੋ ਜਾਂਦੀ ਹੈ। ਗੁਰਮੁਖ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਕਬੀਰ ਤੇ ਪਰਮਾਤਮਾ ਇੱਕ ਹੋ ਜਾਂਦੇ ਹੈ,
ਨਾਮਦੇਵ ਤੇ ਪਰਮਾਤਮਾ ਇੱਕ ਹੋ ਜਾਂਦੇ ਹੈ। ਭਗਤ ਰਵਿਦਾਸ ਸਾਹਿਬ ਤੇ ਪਰਮਾਤਮਾ ਇੱਕ ਹੋ ਜਾਂਦੇ ਹੈ, ਔਰ ਅੱਜ ਵੀ ਹੋਇਆ ਜਾ ਸਕਦਾ ਹੈ। ਉਹ ਸਾਡੇ ਲਈ ਪੂਰਨੇ ਪਾ ਕੇ ਗਏ ਆ ਕਿ ਇਸ ਮਾਰਗ ਤੇ ਚੱਲੋ, ਜਿਵੇਂ ਅਸੀਂ ਪਰਮਾਤਮਾ ਦਾ ਰੂਪ ਹੋ ਗਏ ਤੁਸੀਂ ਵੀ ਹੋ ਜਾਓਗੇ। ਅੱਜ ਸਤਿਗੁਰੂ ਮਨਮੁਖ ਦੀ ਗੱਲ ਕਰ ਰਹੇ ਆ। ਹਰ ਗੱਲ ਦੇ ਦੋ ਪੱਖ ਨੇ, ਆਪਾਂ ਅੱਗੇ ਵੀ ਕਈ ਵਾਰ ਵਿਚਾਰ ਕੀਤੀ ਹੈ। ਸੱਚ ਨਾਲ ਝੂਠ ਹੈ, ਚੰਗੇ ਨਾਲ ਮਾੜਾ ਹੈ, ਬੁਰੇ ਨਾਲ ਭਲਾ ਹੈ, ਪਾਪ ਨਾਲ ਪੁੰਨ ਹੈ, ਦਿਨ ਨਾਲ ਰਾਤ ਹੈ, ਹਨੇਰੇ ਨਾਲ ਪ੍ਰਕਾਸ਼ ਹੈ। ਇਸੇ ਤਰ੍ਹਾਂ ਜੇ ਸੰਤ ਨੇ ਚੋਰ ਵੀ ਨੇ, ਜੇ ਭਗਤੀ ਕਰਨ ਵਾਲੇ ਭਗਤ ਨੇ ਤਾਂ ਰੱਬ ਦੀ ਆਲੋਚਨਾ ਕਰਨ ਵਾਲੇ ਵੀ ਬਹੁਤ, ਰੱਬ ਨੂੰ ਮਾੜਾ ਚੰਗਾ ਕਹਿਣ ਵਾਲੇ ਵੀ ਬਹੁਤ ਹੈ। ਜੇ ਗੁਰਬਾਣੀ 'ਚ ਗੱਲ ਗੁਰਮੁਖ ਦੀ ਆਉਂਦੀ ਹੈ ਤਾਂ ਮਨਮੁਖ ਦੀ ਵੀ ਆਉਂਦੀ ਹੈ। ਕੱਲ ਪਾਤਸ਼ਾਹ ਨੇ ਕਿਹਾ ਗੁਰਮੁਖ ਬੁੱਢੇ ਕਦੇ ਨਹੀਂ, ਸੁਰਤ ਕਰਕੇ ਕਦੇ ਬੁੱਢੇ ਨਹੀਂ। ਸਰੀਰਕ ਤੌਰ ਤੇ ਬਜ਼ੁਰਗ ਹੋ ਵੀ ਜਾਣ ਪਰ ਸੁਰਤ ਬਲਵਾਨ ਰਹਿੰਦੀ ਹੈ। ਜਿਵੇਂ ਮਾਂ ਦੀ ਮਮਤਾ ਨਹੀਂ ਨਾ ਕਮਜ਼ੋਰ ਹੁੰਦੀ, ਮਾਂ ਦੀ ਉਮਰ 100-125 ਸਾਲ ਵੀ ਹੋ ਜਾਏ, ਉਹਦਾ ਪੁੱਤਰ 70-80-90 ਸਾਲ ਉਹਦੀਆਂ ਅੱਖਾਂ ਸਾਹਮਣੇ ਹੋਵੇ, ਉਹ ਘਰੋਂ ਤੁਰਨ ਲੱਗੇ ਨੂੰ ਫਿਰ ਵੀ ਕਹਿੰਦੀ ਹੈ ਪੁੱਤਰ ਸਮੇਂ ਨਾਲ ਵਾਪਸ ਘਰੇ ਆ ਜਾਈ, ਧਿਆਨ ਰੱਖੀ। ਦਿਨੇ ਦਿਨੇ ਘਰੇ ਮੁੜੇ ਜਾਣੋ, ਕਵੇ ਮਾਤਾ ਮੇਰੀ ਉਮਰ ਵੀ 70-80-90 ਸਾਲ ਦੀ ਹੋ ਗਈ, ਮੈਂ ਵੀ ਪੁੱਤ ਪੋਤੇ ਦੋਤਿਆਂ ਵਾਲਾ ਹੋਇਆ, ਤੇ ਮੇਰੀ ਚਿੰਤਾ ਕਿਉਂ ਕਰਦੀ ਹੈ, ਹੁਣ ਮੈਂ ਜਾਣਾ ਥੋੜਾ। ਮਾਂ ਕਹਿੰਦੀ ਆ ਕਿ ਮੈਨੂੰ ਅੱਜ ਵੀ ਤੂੰ ਪੰਘੂੜੇ ਦੇ ਵਿੱਚ ਜਿਹੜਾ ਛੋਟਾ ਜਿਹਾ ਤੇਰਾ ਮੈਂ ਤਸਵੀਰ ਤੇਰੀ ਵੇਖੀ, ਉਹੀ ਅੱਜ ਫਿਰ ਵੀ ਨਜ਼ਰ ਆ ਰਹੀ ਹੈ। ਭਾਵੇਂ ਤੇਰੀ ਉਮਰ ਇੰਨੀ ਹੋ ਚੁੱਕੀ, ਤੇਰੇ ਕੇਸ ਦਾੜੀ ਚਿੱਟੀ ਹੋ ਚੁੱਕੀ ਹੈ, ਪਰ ਮੇਰੇ ਲਈ ਤਾਂ ਬੱਚੇ ਹੀ ਹਨ, ਕਿਉਂਕਿ ਮਮਤਾ ਜਵਾਨ ਰਹਿੰਦੀ ਹੈ। ਤਾਂ ਪਾਤਸ਼ਾਹ ਕਹਿੰਦੇ ਜਿਹੜੇ ਮਨਮੁਖ ਲੋਕ ਨੇ, ਇਹਨਾਂ ਦੀ ਸੁਰਤ ਹਮੇਸ਼ਾ ਹੀ ਕਮਜ਼ੋਰ ਰਹਿੰਦੀ ਹੈ। ਸਰੀਰਕ ਤੌਰ ਤੇ ਜਿੰਨੇ ਮਰਜ਼ੀ ਬਲਵਾਨ ਹੋਣ, ਤੰਦਰੁਸਤ ਹੋਣ, ਸਰੀਰ ਸੁਡੌਲ ਹੋਵੇ, ਨਿਰੋਗ ਹੋਵੇ, ਤੰਦਰੁਸਤ ਹੋਵੇ, ਚੰਗਾ ਕੱਦਾਵਰ ਸਰੀਰ ਹੋਵੇ, ਤਾਕਤ ਵੀ ਹੋਵੇ, ਪਰ ਸੁਰਤ ਉਹ ਬੱਚਿਆਂ ਵਰਗੀ ਹੈ। ਸੁਰਤ ਜਿਹੜੀ ਹੈ ਉਹਨਾਂ ਦੀ, ਉਹ ਬਚਪਨ ਵਿੱਚ ਵੀ ਤੰਦਰੁਸਤ, ਸਰੀਰ ਵਿੱਚ ਵੀ ਇੱਕ ਬਜ਼ੁਰਗਾਂ ਵਰਗੀ ਨਜ਼ਰ ਆ ਰਹੀ ਹੈ। ਕਮਜ਼ੋਰ, ਬੇਬਸ, ਲਾਚਾਰ। ਮਨਮੁਖ ਕੌਣ ਹੁੰਦਾ ਹੈ? ਮਨਮੁਖ ਦੇ ਅਰਥ ਕੀ ਨੇ? ਪਾਤਸ਼ਾਹ ਕਹਿੰਦੇ ਜਿਸ ਮਨੁੱਖ ਦੇ ਮਨ ਵਿੱਚ ਕੁਝ ਹੋਰ ਅਤੇ ਮੁਖ ਦੇ ਕੁਝ ਹੋਰ ਹੋਵੇ, ਇਹੋ ਜਿਹੀ ਬਿਰਤੀ ਵਾਲੇ ਦੇ ਜਦੋਂ ਦੋਵੇਂ ਸ਼ਬਦ ਜੋੜ ਲਏ ਜਾਣ, ਉਸ ਨੂੰ ਮਨਮੁਖ ਕਿਹਾ ਜਾਂਦਾ ਹੈ। ਮਨ ਵਿੱਚ ਕੁਝ ਹੋਰ ਚੱਲ ਰਿਹਾ, ਮੁਖ ਤੋਂ ਕੁਝ ਹੋਰ ਕਹਿ ਰਿਹਾ। ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਧਰਮ ਦੀ ਦੁਨੀਆ ਵਿੱਚ ਮਨ ਅਤੇ ਮੁਖ ਕਰਕੇ ਵੱਖੋ ਵੱਖਰੇ ਹੋਣ ਵਾਲੇ ਮਨੁੱਖ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਸਤਿਗੁਰਾਂ ਨੇ ਬਾਣੀ ਦੇ ਅੰਦਰ ਵੀ ਨਿਰਣਾ ਦਿੱਤਾ ਹੈ, ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਗਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਜਿਹਦੇ ਦਿਲ ਵਿੱਚ ਛੁਰੀ ਹੋਵੇ, ਮੁਖ ਤੋਂ ਮਿੱਠੀਆਂ ਗੱਲਾਂ ਕਰਦਾ ਹੋਵੇ, ਬਾਹਰ ਹੱਥ 'ਚ ਮਸਾਲ ਫੜੀ ਹੋਵੇ, ਚਾਨਣ ਕਰ ਰਿਹਾ ਹੋਵੇ ਤੇ ਅੰਦਰ ਹਨੇਰਾ ਹੋਵੇ, ਇਹ ਪ੍ਰਵਾਨ ਨਹੀਂ ਹੈ। ਮੁੱਲਾ ਅਤੇ ਮਸਾਲ ਜੀ ਦੋਨਾਂ ਇੱਕੋ ਜਿੱਤ, ਲੋਕੀ ਕਰਦੇ ਚਾਨਣਾ ਆਪ ਹਨੇਰੇ ਵਿੱਚ। ਦੁਨੀਆ ਨੂੰ ਪ੍ਰਕਾਸ਼ ਕਰਦੀਆਂ, ਚਾਨਣ ਦਿਖਾਉਂਦੀਆਂ ਗੱਲਾਂ, ਦੁਨੀਆ ਨੂੰ ਰਸਤਾ ਦਿਖਾਉਣ ਦੀਆਂ ਗੱਲਾਂ ਕਰ ਰਿਹਾ ਹੋਵੇ ਤੇ ਆਪ ਹਨੇਰੇ 'ਚ ਠੋਕਰਾਂ ਖਾਵੇ, ਪ੍ਰਵਾਨ ਨਹੀਂ ਹੈ। ਪਾਤਸ਼ਾਹ ਨੇ ਵੀ ਕਿਹਾ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਹੜਾ ਦਿਲੋਂ ਮੁਹੱਬਤ ਕਰੇ ਉਹ ਪ੍ਰਵਾਨ ਹੈ, ਉਹ ਸੱਚਾ ਹੈ।
ਪਰ ਜਿਹਦਾ ਮਨ ਹੋਰ ਹੋਵੇ, ਮੁਖ ਹੋਰ ਹੋਵੇ, ਜਿਹੜੇ ਹੁਕਮ ਸੁਣੀ ਵੀ ਜਾਣ ਮੰਨਣ ਵੀ ਨਾ, ਉਹ ਪ੍ਰਵਾਨ ਨਹੀਂ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹਾਂ। ਜਿਹੜੇ ਗੱਲਾਂ ਨਾਲ ਹੀ ਕਹਿਣ ਅਸੀਂ ਬਹੁਤ ਚੰਗੇ, ਬਹੁਤ ਧਰਮੀ ਹਾਂ, ਇੱਥੇ ਜ਼ੁਬਾਨ ਤੋਂ, ਮੁਖ ਤੋਂ ਧਰਮ ਕਮਾਉਣ ਵਾਲੇ ਬਹੁਤ ਮਿਲ ਜਾਣਗੇ, ਲੇਕਿਨ ਕੋਈ ਮਨ ਕਰਕੇ ਧਰਮੀ ਹੋਵੇ ਬਹੁਤ ਘੱਟ ਨੇ, ਕੋਈ ਦਿਲੋਂ ਧਰਮੀ ਹੋਵੇ ਇਹ ਬਹੁਤ ਘੱਟ ਨੇ। ਜਿਸ ਦੇ ਮਨ ਵਿੱਚ ਕੁਝ ਹੋਰ ਅਤੇ ਜ਼ੁਬਾਨ ਤੇ ਵਖਰੇਵਾ ਹੋਵੇ ਉਹ ਧਰਮੀ ਪੁਰਖ ਨਹੀਂ ਹੋ ਸਕਦਾ। ਪਾਤਸ਼ਾਹ ਨੇ ਧਰਮੀ ਪੁਰਖ ਲਈ ਇਹਨਾਂ ਦੋਵੇਂ ਹੀ ਚੀਜ਼ਾਂ ਨੂੰ ਆਧਾਰ ਬਣਾਇਆ, ਜਿਵੇਂ ਮਨ ਸਾਚਾ, ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਗਲ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹਦੀਆਂ ਅਗਲੀਆਂ 80 ਤੁਕਾਂ ਪੜ੍ਹੋ ਤੁਸੀਂ, ਆ ਤਿੰਨ ਪੰਕਤੀਆਂ ਦੀ ਵਿਆਖਿਆ ਕਰਨੀ ਹੈ। ਜਾਂ ਤੁਸੀਂ ਰੋਜ਼ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹੋ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ। ਅੰਤਰ ਗੁਰ ਆਰਾਧਨਾ, ਇੱਥੇ ਵੀ ਗੱਲ ਅੰਦਰ ਦੀ ਹੈ, ਕੱਲੀ ਰਸਨਾ ਦੀ ਨਹੀਂ। ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ। ਦਰਗਹਿ ਪਾਈਐ ਠਾਉ, ਬਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ, ਜਗ ਮੈਂ ਉੱਤਮ ਕਾਂਢੀਐ ਵਿਰਲੇ। ਕਿ ਇੱਕ ਵਿਰਲੇ ਨੇ ਜਿਹੜੇ ਅੰਦਰੋਂ ਰਾਧਦੇ ਆ, ਵਿਰਲੇ ਆ ਜਿਨ੍ਹਾਂ ਦਾ ਮਨ ਤੇ ਮੁਖ ਇੱਕੋ ਜਿਹਾ ਹੋਵੇ। ਮੁਖ ਕਰਕੇ ਬਹੁਤ ਸੋਹਣੀਆਂ, ਚੰਗੀਆਂ, ਵਿਦਵਤਾ ਭਰਪੂਰ ਗੱਲਾਂ ਕਰਨ ਵਾਲੇ ਬਹੁਤ ਮਿਲ ਜਾਣਗੇ। ਇੱਕ ਵਾਰੀ ਮੇਰੇ ਨਾਲ ਮੁਕਤਸਰ ਕਿਸੇ ਨੇ ਬੜੀ ਬਹਿਸ ਕੀਤੀ ਕਿ ਬਾਣੀਆਂ 5 ਪੜ੍ਹੀਏ ਜਾਂ 3 ਪੜ੍ਹੀਏ। ਚਲੋ ਕਾਫੀ ਸਮਾਂ ਵਿਚਾਰ ਤਕਰਾਰ ਹੁੰਦਾ ਰਿਹਾ। ਜਦੋਂ ਪੁੱਛਿਆ ਵੀ ਤੁਸੀਂ ਕਿੰਨੀਆਂ ਪੜ੍ਹਦੇ ਹੋ, ਕਹਿੰਦੇ ਪੜ੍ਹਦਾ ਮੈਂ ਕੋਈ ਵੀ ਨਹੀਂ, ਨਾ 3 ਨਾ 5। ਤੇ ਵਿਚਾਰ ਇੰਨੀ ਲੰਬੀ ਕੀਤੀ। ਅੱਜ ਬਹੁਤੀ ਵਾਰ ਧਰਮ 'ਚ ਹੀ ਹੋ ਰਿਹਾ, ਉਹ ਲੋਕ ਸਵਾਲ ਕਰ ਰਹੇ ਆ ਜਿਹੜੇ ਹਲੇ ਤੁਰੇ ਹੀ ਨਹੀਂ। ਉਹ ਲੋਕ ਧਰਮ ਤੇ ਉਂਗਲਾਂ ਕਰ ਰਹੇ ਆ ਜਿਨ੍ਹਾਂ ਨੂੰ ਧਰਮ ਬਾਰੇ ਕੁਝ ਪਤਾ ਹੀ ਨਹੀਂ ਹੈ। ਚਲੋ, ਜਿਉਂ ਨੁਗਰਾ ਬਹੁ ਬਾਤਾਂ ਜਾਣਿਆ ਉਹ ਦਰਗਹਿ ਹੈ ਭ੍ਰਿਸ਼ਟੀ। ਸਤਿਗੁਰਾਂ ਨੇ ਇਹ ਵੀ ਨਿਰਣਾ ਦੇ ਦਿੱਤਾ, ਜਿਹੜਾ ਨੁਗਰਾ ਬੰਦਾ ਹੋਏਗਾ ਉਹਦੇ ਕੋਲੇ ਗੱਲਾਂ ਦੀ ਕਮੀ ਨਹੀਂ ਹੋਏਗੀ। ਉਹ ਗੱਲਾਂ ਨਾਲ ਆਪ ਵੀ ਭਟਕਿਆ ਹੁੰਦਾ ਹੈ ਤੇ ਕਈ ਵਾਰ ਦੂਜੇ ਨੂੰ ਭਟਕਾਉਣ ਵਿੱਚ ਵੀ ਕਾਮਯਾਬ ਹੋ ਜਾਂਦਾ ਹੈ। ਪਰ ਜਿਹਦਾ ਗੁਰੂ ਤੇ ਅਟੁੱਟ ਵਿਸ਼ਵਾਸ ਹੋਵੇ, ਗੁਰੂ ਤੇ ਪੂਰਾ ਦ੍ਰਿੜ ਨਿਸ਼ਚਾ ਹੋਵੇ, ਉਹ ਆਪ ਦਾ ਕੀ ਡੋਲਣਾ, ਬਲਕਿ ਉਹਨੂੰ ਭਟਕੇ ਹੋਏ ਨੂੰ ਵੀ ਰਸਤੇ ਤੇ ਲੈ ਆਉਂਦੇ। ਆਪਦਾ ਵਿਸ਼ਵਾਸ, ਆਪਦਾ ਭਰੋਸਾ ਪ੍ਰਬਲ ਚਾਹੀਦਾ। ਮਨਮੁਖ ਬੰਦੇ ਦਾ ਸੰਗ ਹੁੰਦਾ ਤਾਂ ਮਾੜਾ। ਤਾਂ ਹੀ ਪੀਰ ਸਾਹਿਬ ਨੇ ਕਿਹਾ, ਜਿਵੇਂ ਇੱਕ ਕੇਲੇ ਦੇ ਪੱਤੇ, ਕੇਲੇ ਦੇ ਦਰਖਤ ਰੱਬ ਨੂੰ ਲਾਮਾ ਦਿੱਤਾ ਕਿ ਪ੍ਰਮਾਤਮਾ ਤੂੰ ਮੈਨੂੰ ਇੰਨਾ ਸੁਹੱਪਣ ਦਿੱਤਾ, ਇੰਨੇ ਗੁਣਕਾਰੀ ਮੈਨੂੰ ਫਲ ਦਿੱਤੇ, ਮੇਰਾ ਬੜਾ ਮਾਣ ਸਨਮਾਨ ਹੈ, ਬੜੀ ਕਦਰ ਹੈ, ਬੜੀ ਕੀਮਤ, ਬੜਾ ਮਹਿੰਗਾ ਵਿਕਦਾ ਮੈਂ, ਪਰ ਸੰਗਤ ਕਿਉਂ ਨਹੀਂ ਦੇ ਦਿੱਤੀ? ਮੈਨੂੰ ਇੰਨਾ ਸੁਹੱਪਣ ਦੇਣ ਵਾਲਿਆ, ਇੰਨੇ ਗੁਣਕਾਰੀ ਫਲ ਦੇਣ ਵਾਲਿਆ, ਸੰਗਤ ਵੀ ਚੰਗੀ ਦੇ ਦਿੰਦਾ। ਪਾਤਸ਼ਾਹ ਕਹਿੰਦੇ ਕਿਉਂ? ਕਹਿੰਦੇ ਉਸ ਮਾੜੀ ਸੰਗਤ ਨੇ ਮੇਰੇ ਸਾਰੇ ਗੁਣ ਬਰਬਾਦ ਕਰ ਦਿੱਤੇ। ਉਸ ਮਨਮੁਖ ਦੀ ਸੰਗਤ ਨੇ, ਉਸ ਸਾਖਤ ਦੀ ਸੰਗਤ ਨੇ ਨਾ ਮੇਰੇ ਸੁਹੱਪਣ ਦਾ ਲਿਹਾਜ਼ ਕੀਤਾ, ਨਾ ਮੇਰੇ ਗੁਣਕਾਰੀ ਫਲਾਂ ਦਾ ਲਿਹਾਜ਼ ਕੀਤਾ। ਉਹਨੇ ਇਸ ਗੱਲ ਦਾ ਵੀ ਲਿਹਾਜ਼ ਨਹੀਂ ਕੀਤਾ ਵੀ ਮੈਨੂੰ ਤੂੰ ਭੇਜਿਆ, ਤੇਰੇ ਨਾਂ ਕਰਕੇ ਹੀ ਉਹ ਮੇਰੇ ਨਾਲ ਲਿਹਾਜ਼ ਕਰ ਜਾਂਦਾ, ਪਰ ਨਹੀਂ। ਤਾਂ ਉਹਨਾਂ ਨੇ ਇੱਕ ਕੇਲੇ ਦੀ ਉਦਾਹਰਨ ਦੇ ਕੇ ਮਨਮੁਖ ਤੋਂ ਸੁਚੇਤ ਹੋਣ ਲਈ ਪਾਤਸ਼ਾਹ ਅਗਾਹ ਕਰ ਰਿਹਾ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜਿਉ ਬੇਰ, ਉਹ ਝੂਲਾ ਉਹ ਚੀਰੀ ਹੈ। ਸਾਖਤ ਸੰਗ ਨਾ ਹਿਰ, ਸਾਖਤ ਔਰ ਮਨਮੁਖ ਬੰਦਿਆਂ ਤੋਂ ਬਚ। ਇਹਨਾਂ ਨੇ ਤੇਰੇ ਗੁਣ ਐਵੇਂ ਤਾਰ-ਤਾਰ ਕਰ ਦੇਣੇ ਆ ਜਿਵੇਂ ਬੇਰੀ ਦੇ ਕੰਡੇ ਕੇਲੇ ਦੇ ਪੱਤਿਆਂ ਨੂੰ ਲੀਰੋ ਲੀਰ ਕਰ ਦਿੰਦੇ ਆ। ਇਹਨਾਂ ਨੇ ਲਿਹਾਜ਼ ਕਰਨੀ ਕਿ ਇਹਦਾ ਬੜਾ ਮਾਣ ਸਨਮਾਨ ਹੈ, ਬੜੇ ਸਤਿਕਾਰਯੋਗ ਹੈ, ਉਹਦਾ ਕਾਲਾ ਭਾਂਡਾ ਹੈ, ਜਿੰਨਾ ਮਰਜ਼ੀ ਬਚਾ ਕੇ ਚੱਕ ਲੋ, ਦਾਗ ਤਾਂ ਲੱਗ ਹੀ ਜਾਣਾ। ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਮਨ ਦਾ ਧਰਮੀ ਬਣਨਾ ਔਖਾ ਹੈ, ਮੁਖ ਦੇ ਧਰਮੀ ਬਹੁਤ ਨੇ। ਧਰਮ ਦੀਆਂ ਗੱਲਾਂ ਪੜ੍ਹਨੀਆਂ ਔਖੀਆਂ ਨਹੀਂ, ਮਨ ਨੂੰ ਧਰਮੀ ਬਣਾਉਣਾ ਔਖਾ ਹੈ। ਗੁਰਬਾਣੀ ਦਾ ਸਾਰਾ ਉਪਦੇਸ਼ ਮਨ ਦੇ ਆਲੇ ਦੁਆਲੇ ਹੈ। ਗੁਰਬਾਣੀ ਵਿੱਚ ਸਾਰਾ ਉਪਦੇਸ਼ ਮਨ ਨੂੰ ਪਾਤਸ਼ਾਹ ਨੇ ਸੰਬੋਧਨ ਕੀਤਾ ਹੈ। ਇਸ ਲਈ ਜਿਹੜੇ ਲੋਕ ਮੁਖ ਕਰਕੇ ਤਾਂ ਹਰੀ ਹਰੀ ਕਰਦੇ ਨੇ, ਪਰ ਮਨ ਕਰਕੇ ਪਾਪੀ ਹਨ,
ਉਹਨਾਂ ਦੇ ਮਨ ਵਿੱਚ ਕੁਝ ਹੋਰ ਹੈ, ਮੁੱਖ ਤੋਂ ਬੜੀਆਂ ਉੱਚੀਆਂ ਗੱਲਾਂ ਕਰ ਜਾਂਦੇ ਆ, ਪਰ ਜੀਵਨ ਦੇ ਵਿੱਚ ਐਸਾ ਕੁਝ ਨਹੀਂ ਹੁੰਦਾ। ਉਹ ਇਹੋ ਜਿਹੇ ਲੋਕਾਂ ਨੂੰ ਧਰਮੀ ਲੋਕਾਂ ਦੀ ਲਿਸਟ ਵਿੱਚ ਨਹੀਂ, ਮਨਮੁਖਾਂ ਦੀ ਲਿਸਟ ਵਿੱਚ ਉਹਨਾਂ ਦੇ ਨਾਮ ਹੁੰਦੇ ਨੇ, ਜਿਹੜੇ ਮੁੱਖ ਕਰਕੇ ਤਾਂ ਇੱਕ ਅੱਖਰ ਵੀ ਨਾ ਬੋਲਦੇ ਹੋਣ ਪਰ ਮਨ ਕਰਕੇ ਗੁਰੂ ਜੀ ਨਾਲ ਜੁੜੇ ਹੋਏ ਹਨ। ਅਜਿਹੇ ਲੋਕ ਹੀ ਧਰਮੀ ਕਹਾ ਸਕਦੇ ਨੇ। ਉਹੀ ਲੋਕ ਅਸਲ ਧਰਮੀ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਚੱਲ ਰਿਹਾ ਹੋਵੇ। ਬੇਸ਼ੱਕ ਉਹ ਰਸਨਾ ਤੋਂ ਕੋਈ ਵੀ ਸ਼ਬਦ ਨਾ ਬੋਲਣ, ਉਹਨਾਂ ਦਾ ਜੀਵਨ ਹੀ ਵਿਆਖਿਆ ਕਰ ਰਿਹਾ ਹੁੰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇੱਥੋਂ ਤੱਕ ਵੀ ਲਿਖਿਆ ਕਿ ਗੁਰਬਾਣੀ ਦੀ ਵਿਆਖਿਆ ਸ਼ਬਦਾਂ ਨਾਲ ਮੁਕੰਮਲ ਨਹੀਂ ਹੋ ਸਕਦੀ। ਗੁਰਬਾਣੀ ਦੀ ਵਿਆਖਿਆ ਅਸਲ ਵਿੱਚ ਇੱਕ ਪ੍ਰੈਕਟੀਕਲ ਜੀਵਨ ਜਿਉਂ ਕੇ ਕੀਤੀ ਜਾ ਸਕਦੀ ਹੈ। ਜਿਵੇਂ ਇਸ ਪੰਕਤੀ ਦੀ ਵਿਆਖਿਆ ਬਾਬਾ ਦੀਪ ਸਿੰਘ ਜੀ ਕਰਕੇ ਗਏ, ਜੋ ਕੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਕਰਿਓ। ਇਹ ਤਾਂ ਮਾਰਗ ਪੈਰ ਧਰੀਜੈ, ਸਿਰ ਦੀਜੈ, ਕਾਣ ਨਾ ਕੀਜੈ। ਪ੍ਰੈਕਟੀਕਲ ਵਿੱਚ ਉਹਦੀ ਵਿਆਖਿਆ ਕਰਦੇ ਜੋ ਤਨ ਚੀਰੈ ਤੋ ਅੰਗ ਨਾ ਮੋਰੋ। ਇਸ ਪੰਕਤੀ ਦੀ ਵਿਆਖਿਆ ਭਾਈ ਸਾਹਿਬ ਭਾਈ ਮਤੀ ਦਾਸ, ਤਨ ਚੀਰਿਆ ਜਾ ਰਿਹਾ, ਗੁਰੂ ਵੱਲੋਂ ਕਹਿ ਰਿਹਾ ਮੁਖ ਕਰੋ, ਮੁਖ ਮੋੜ ਨਹੀਂ ਰਿਹਾ। ਪਿੰਡ ਪਰੈ ਤੋਂ ਪ੍ਰੀਤ ਨਾ ਤੋਰੋ, ਪਿੰਡ ਇਹ ਸਰੀਰ ਮੇਰਾ ਬੰਦ ਕੱਢਿਆ ਜਾਏ। ਇਹਦੀ ਵਿਆਖਿਆ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਕਰਦੇ। ਪੁਰਾਤਨ ਸਿੱਖ, ਪੁਰਾਤਨ ਨਹੀਂ, ਸ਼ਹੀਦ ਹਰ ਵੇਲੇ ਨਵੇਂ ਨੇ। ਸ਼ਹੀਦ ਕੌਮ ਦਾ ਸਰਮਾਇਆ ਨੇ, ਸ਼ਹੀਦ ਕੌਮ ਦੀ ਵਿਰਾਸਤ ਨੇ। ਜਦੋਂ ਵੀ ਉਹਨਾਂ ਦੇ ਜੀਵਨਾਂ ਨੂੰ ਪੜ੍ਹੋਗੇ, ਉਹਨਾਂ ਦੇ ਬਚਨ ਅੱਜ ਵੀ ਸਾਡੀ ਤਰਜਮਾਨੀ ਕਰਦੇ ਆ ਔਰ ਸਾਨੂੰ ਸੁਨੇਹਾ ਦਿੰਦੇ ਆ ਕਿ ਭਾਈ ਜਿਵੇਂ ਅਸੀਂ ਪ੍ਰੈਕਟੀਕਲ ਰੂਪ ਵਿੱਚ ਬਾਣੀ ਦੇ ਅਰਥ ਕਰਕੇ ਗਏ ਆ, ਉਵੇਂ ਕਿਤੇ ਤੁਸੀਂ ਵੀ ਕਰੋ। ਮੁਕੰਮਲ ਅਰਥ ਪ੍ਰੈਕਟੀਕਲ ਰੂਪ ਵਿੱਚ ਜਿਉਂ ਕੇ ਕੀਤੇ ਜਾ ਸਕਦੇ ਆ। ਔਰ ਦੂਸਰੀ ਗੱਲ, ਇੱਕ ਗੁਰਮੁਖ ਨੂੰ ਦੂਸਰੇ ਮਨਮੁਖ ਨੂੰ ਕਹਿਣਾ ਨਾ ਪਵੇ ਤੂੰ ਗੁਰਮੁਖ ਬਣ ਜਾ। ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਪੂਰਨ ਸਿੰਘ ਨੂੰ ਕਿਹਾ ਥੋੜਾ ਸੀ ਤੂੰ ਗੁਰਮੁਖ ਬਣ ਕਿਹੜੇ ਰਾਹ ਪੈ ਗਿਆ। 2-4 ਰਾਤਾਂ ਇੱਕ ਕਮਰੇ ਵਿੱਚ ਰਹੇ। ਭਾਈ ਵੀਰ ਸਿੰਘ ਦਾ ਹੁਣ ਜੀਵਨ ਕਿੰਨਾ ਕੁ ਪ੍ਰਭਾਵਸ਼ਾਲੀ ਹੋਏਗਾ, ਔਰਾ ਕਿੰਨਾ ਸਟਰੋਂਗ ਹੋਏਗਾ। ਪ੍ਰੋਫੈਸਰ ਪੂਰਨ ਸਿੰਘ ਜਿਹੜਾ ਉਦਾਸੀ ਬਣ ਚੁੱਕਿਆ, ਸੰਨਿਆਸੀ ਬਣ ਚੁੱਕਿਆ, ਸਿੱਖੀ ਨੂੰ ਛੱਡ ਬਚਪਨ ਤੋਂ ਉਹਨੇ ਜਪਜੀ ਸਾਹਿਬ ਪੜ੍ਹਿਆ ਹੋਇਆ। ਜਪਜੀ ਸਾਹਿਬ ਦੇ ਗੁਣਾਂ ਦਾ ਪਤਾ ਹੈ, ਜਪਜੀ ਸਾਹਿਬ ਦੀ ਵਡਿਆਈ ਦਾ ਪਤਾ ਹੈ, ਜਪਜੀ ਸਾਹਿਬ ਕਿਸ ਰਹਿਮਤ ਦੀ ਮਾਲਕ ਹੈ ਇਹ ਵੀ ਪਤਾ ਹੈ, ਪਰ ਛੱਡ ਗਿਆ। ਅੱਜ ਜਦੋਂ ਭਾਈ ਵੀਰ ਸਿੰਘ ਨੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਜਪਜੀ ਸਾਹਿਬ ਦਾ ਪਾਠ ਕਰਨਾ, ਮਨ ਨੇ ਬੜਾ ਉਚਾਟ ਹੋ ਜਾਣਾ, ਮਨ ਨੇ ਬੜਾ ਭਟਕ ਜਾਣਾ ਵੀ ਮਨਾ ਇਹ ਜਪਜੀ ਸਾਹਿਬ ਜੋ ਕਹਿ ਰਹੀ ਹੈ ਤਾਂ ਸੱਚ ਕਹਿ ਰਿਹਾ ਨਾ। ਹੁਣ ਮੈਂ ਹੀ ਰਸਤਾ ਗਲਤ ਫੜ ਗਿਆ, ਜਪਜੀ ਸਾਹਿਬ ਦਾ ਕੀ ਕਸੂਰ ਹੈ। ਲੇਕਿਨ ਭਾਈ ਵੀਰ ਸਿੰਘ ਨੇ ਇੱਕ ਦਿਨ ਵੀ ਨਹੀਂ ਕਿਹਾ ਵੀ ਤੂੰ ਕਿਹੜੇ ਰਾਹ ਪੈ ਗਿਆ, ਤੂੰ ਅੰਮ੍ਰਿਤ ਛਕ, ਤੂੰ ਗੁਰੂ ਵਾਲਾ ਬਣ, ਤੂੰ ਸਿਮਰਨ ਕਰ, ਤੂੰ ਨਿਤਨੇਮ ਕਰ। ਨਹੀਂ, ਆਪਣੇ ਜੀਵਨ ਦਾ ਹੀ ਪ੍ਰਭਾਵ ਇੰਨਾ ਸੀ ਕਿ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਦੇ ਪਿਆ ਇੱਕ ਦਿਨ ਵਾਗੇ ਨਹੀਂ ਸ਼ਬਦ ਕਿਹਾ ਸੀ ਕਿ ਇੰਨੇ ਕੋਮਲ ਤੇਰੇ ਕੇਸ ਨੇ, ਇੰਨੇ ਕੋਮਲ ਕੇਸਾਂ ਨੂੰ ਲੋਹੇ ਦੀ ਕੈਂਚੀ ਲਵਾ ਕਿਵੇਂ ਲੈਣਾ। ਕੈਂਚੀ ਬੜੀ ਸਖਤ ਹੈ, ਕੇਸ ਬੜੇ ਕੋਮਲ ਨੇ। ਬਸ ਇੱਕੋ ਹੀ ਬਚਨ ਨੇ ਉਹ ਪਲਟ ਕੇ ਰੱਖ ਦਿੱਤਾ ਤੇ ਬਾਅਦ ਵਿੱਚ ਉਹ ਪੂਰਨਦਾਸ ਸੰਨਿਆਸੀ ਪ੍ਰੋਫੈਸਰ ਪੂਰਨ ਸਿੰਘ ਬਣਿਆ। ਉਹਨਾਂ ਦੀਆਂ ਲਿਖਤਾਂ 2-4 ਕੀ ਨੇ, ਪਰ ਬੜੀਆਂ ਆਲਾ ਕਿਸਮ ਦੀਆਂ ਨੇ। ਕਦੇ ਪੜ੍ਹ ਕੇ ਵੇਖਿਓ, ਸਾਡੀ ਸੁਰਤ ਨੂੰ ਬਹੁਤ ਹੀ ਉੱਚੇ ਬ੍ਰਹਿਮੰਡ ਦੇ ਵਿੱਚ ਲੈ ਜਾਂਦਾ, ਕਿਉਂਕਿ ਅੰਦਰ ਪਰਮਾਤਮਾ ਦਾ ਨਾਮ। ਇੱਕ ਗੁਰਮੁਖ ਦੀ ਸੰਗਤ ਹੋਈ, ਉਹ ਮਨਮੁਖ ਵੀ ਗੁਰਮੁਖ ਬਣ ਗਿਆ। ਤਾਂ ਬਾਦਸ਼ਾਹ ਕਹਿੰਦੇ ਨੇ ਹਰੇਕ ਚੀਜ਼ ਦੇ ਅਕਲ ਤੇ ਸ਼ਕਲ ਦੋ ਪੱਖ ਹੁੰਦੇ ਆ। ਸ਼ਕਲ ਬਾਹਰੀ ਤੌਰ ਤੇ ਦਿਸਦੀ ਉਹ ਇੱਕ ਰੂਪ ਹੈ, ਤਸਵੀਰ ਹੈ, ਪਰ ਅਕਲ ਅੰਦਰੂਨੀ ਗੁਣਾ ਜਾਂ ਔਗਣਾ ਦੀ ਤਸਵੀਰ ਹੈ। ਉਹਦੇ ਤੇ ਨਿਰਭਰ ਕਰਦੀ ਹੈ ਅਕਲ। ਔਰ ਬੰਦਾ ਸ਼ਕਲ ਤੋਂ ਨਹੀਂ ਅਕਲ ਤੋਂ ਪਛਾਣਿਆ ਜਾਂਦਾ ਹੈ। ਬੰਦਾ ਜਦੋਂ ਬੋਲਦਾ ਉਸ ਬੋਲੀ ਤੋਂ ਪਛਾਣਿਆ ਜਾਂਦਾ ਹੈ। ਉਹਦੇ ਗਿਆਨ ਦੀ ਪਰਿਭਾਸ਼ਾ ਉਹਦੇ ਸ਼ਬਦ ਕਰ ਜਾਂਦੇ। ਉਹਦਾ ਕਿਰਦਾਰ ਕਿਹੋ ਜਿਹਾ, ਉਹਦਾ ਜੀਵਨ ਕਿਹੋ ਜਿਹਾ, ਉਹਦਾ ਵਿਵਹਾਰ ਕਿਹੋ ਜਿਹਾ, ਉਹਦੀ ਅਕਲ ਤੇ ਡਿਪੈਂਡ ਕਰਦਾ ਸਾਰਾ ਕੁਝ। ਸ਼ਕਲ ਸੁੰਦਰਤਾ ਬਣ ਕੇ ਖਿੱਚ ਦਾ ਕਾਰਨ ਤਾਂ ਬਣ ਸਕਦੀ ਹੈ, ਪਰ ਸਾਂਝ ਕੇਵਲ ਅਕਲ ਹੀ ਬਣਾ ਸਕਦੀ ਹੈ। ਹੁਣ ਕੋਈ ਬੰਦਾ ਜਿੰਨਾ ਮਰਜ਼ੀ ਸੁੰਦਰ ਸੁਹਾਵਣ ਦੀ ਕਮੀ ਨਾ ਹੋਵੇ, ਪਰ ਗੁਣ ਕੋਈ ਹੋਵੇ ਹੀ ਨਾ, ਔਗਣ ਰੱਜ ਕੇ ਹੋਣ, ਝੂਠ ਹੋਵੇ, ਬੇਈਮਾਨੀ ਹੋਵੇ, ਠੱਗੀ ਹੋਵੇ, ਧੋਖਾ ਹੋਵੇ, ਫਿਰ ਤੁਸੀਂ 2 ਦਿਨ ਨਹੀਂ ਰਹਿ ਸਕਦੇ ਨਾ।
ਸੌਂਪਣ ਦਾ ਕੀ ਕਰੋਗੇ ਜਦੋਂ ਅੰਦਰ ਗੁਣ ਹੀ ਕੋਈ ਨਹੀਂ ਹੈ। ਸਾਂਝ ਕਿਸੇ ਨਾਲ ਪਾਉਣੀ ਜਾਂ ਲੰਬਾ ਸਮਾਂ ਕਿਸੇ ਨਾਲ ਸਾਂਝ ਨਿਭਾਉਣੀ ਆ ਤਾਂ ਗੁਣਾਂ ਦੇ ਆਧਾਰ ਤੇ ਸਾਂਝ ਪੈਣੀ ਆ। ਤਾਂ ਹੀ ਪਾਤਸ਼ਾਹ ਨੇ ਗੱਲ ਗੁਣਾਂ ਦੀ ਕੀਤੀ ਹੈ, ਗੱਲ ਅਕਲ ਦੀ ਕੀਤੀ ਹੈ, ਗੱਲ ਮਨ ਦੀ ਕੀਤੀ ਹੈ, ਗੱਲ ਉਪਦੇਸ਼ ਦੀ ਕੀਤੀ ਆ ਕਿ ਤੇਰਾ ਮੇਰਾ ਰਿਸ਼ਤਾ ਭਾਈ ਗੁਣਾ ਕਰਕੇ ਹੈ, ਤੇਰਾ ਮੇਰਾ ਰਿਸ਼ਤਾ ਉਪਦੇਸ਼ ਕਰਕੇ ਹੈ, ਤੇਰਾ ਮੇਰਾ ਰਿਸ਼ਤਾ ਜਿਹੜਾ ਅੰਦਰੂਨੀ ਮਨ ਵਿੱਚ ਵਸੇ ਹੋਏ ਧਰਮ ਕਰਕੇ ਹੈ। ਬਾਹਰੀ ਤੌਰ ਤੇ ਤੇਰਾ ਰੰਗ ਰੂਪ ਜਿਹੋ ਜਿਹਾ ਮਰਜ਼ੀ ਹੋਵੇ। ਹੁਣ ਅਸ਼ਟਾ ਵਕਰ ਜੋ ਤੁਰੇ ਜਾਂਦੇ ਜੱਟ ਵਾਲ ਪੈਂਦੇ ਆ। ਅਸ਼ਟਾ ਵਕਰ ਦਾ ਨਾਮ ਹੀ ਇਹ ਹੈ ਕਿ ਅਸ਼ਟ ਦਾ ਮਤਲਬ 8, ਵਕਰ ਦਾ ਮਤਲਬ ਵਿੰਗ, ਜਿਹਦੇ ਵਿੱਚ ਤੁਰਨ ਵੇਲੇ 8 ਵਿੰਗ ਪੈ ਰਹੇ ਹੋਣ। ਰਾਜੇ ਜਨਕ ਦੀ ਸਭਾ ਵਿੱਚ ਗਿਆ, ਸਾਰੀ ਸਭਾ ਵੇਖ ਕੇ ਹੱਸ ਪਈ ਤੇ ਅਸ਼ਟਾ ਵਕਰ ਨੂੰ ਕਹਿਣਾ ਪਿਆ, ਰਾਜਨ ਇਹ ਚਮਾਰਾਂ ਦੀ ਸਭਾ ਤੋਂ ਕਿਉਂ ਬੁਲਾਈ ਅੱਜ? ਚਮਾਰ ਜਿਹਨੂੰ ਜਿਹੜਾ ਚੰਮ ਦੀ ਪਰ ਕਰਨ ਵਾਲਾ ਹੋਵੇ, ਚੰਮ ਦਾ ਕੰਮ ਕਰਨ ਵਾਲਾ ਹੋਵੇ। ਚਲੋ ਅੱਜ ਇੱਕ ਵਰਤਮਾਨ ਮੁਤਾਬਕ ਇੱਕ ਜਾਤ ਨਾਲ ਜੁੜ ਗਿਆ, ਪਰ ਮਾਇਨੇ ਇਹਨਾਂ ਦੇ ਕੋਲ ਜਿਵੇਂ ਦੁੱਧ ਦਾ ਕੰਮ ਕਰਨ ਵਾਲਾ ਦੁੱਧੀ ਹੁੰਦਾ ਹੈ, ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰ ਹੁੰਦਾ ਹੈ। ਨਾ ਦੁੱਧੀ ਕੋਈ ਕਾਸਟ ਹੈ, ਨਾ ਸੁਨਿਆਰ ਕੋਈ ਕਾਸਟ ਹੈ। ਲੋਹੇ ਦਾ ਕੰਮ ਕਰਨ ਵਾਲਾ ਲੋਹਾਰ ਹੈ, ਲੱਕੜੀ ਦਾ ਕੰਮ ਕਰਨ ਵਾਲਾ ਤਰਖਾਣ ਹੈ। ਪਰ ਸਮੇਂ ਨੇ ਕੁਝ ਉੱਚ ਜਾਤੀ ਦੇ ਹਾਕਮ ਲੋਕਾਂ ਨੇ ਇਹ ਗੱਲਾਂ ਥੋਪ ਦਿੱਤੀਆਂ। ਪਰਮਾਤਮਾ ਨੇ ਇਹੋ ਜਿਹਾ ਕੁਝ ਵੀ ਨਹੀਂ ਸਾਡੇ ਤੇ ਲੋਗੋ ਲਾ ਕੇ ਭੇਜਿਆ ਸੀ, ਕੋਈ ਵੀ ਇਹੋ ਜਿਹੀ ਮੋਹਰ ਨਹੀਂ ਸੀ ਲਾਈ। ਇਹ ਕੁਝ ਸ਼ਰਾਰਤੀ ਦਿਮਾਗ ਦੀ ਉਪਜ ਹੈ, ਸ਼ਰਾਰਤੀ ਲੋਕਾਂ ਦੇ ਦਿਮਾਗ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਨੇ। ਤੋ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਇਹ ਗੁਣਾ ਕਰਕੇ ਹੀ, ਗੁਣਾ ਦੀ ਸਾਂਝ ਨਾਲ ਹੀ ਸਿੱਖ ਤੇ ਗੁਰੂ ਦਾ ਰਿਸ਼ਤਾ ਜੁੜਦਾ ਹੈ। ਜੇ ਔਗਣ ਹੋਣ ਤਾਂ ਉਹ ਜਿਹੜਾ ਰਿਸ਼ਤਾ ਹੈ ਉਹ ਟੁੱਟ ਜਾਂਦਾ ਹੈ। ਅਸ਼ਟਾ ਵਕਰ ਨੇ ਕਿਹਾ ਇਹ ਸਾਰੇ ਚਮਾਰ ਨੇ। ਰਾਜਾ ਜਨਕ ਕਹਿੰਦਾ ਜੀ ਵਿਦਵਾਨ ਨੇ, ਪੰਡਤ ਨੇ, ਬ੍ਰਾਹਮਣ ਨੇ, ਤੁਸੀਂ ਚਮਾਰ ਕਹਿੰਦੇ ਇਹਨਾਂ ਨੇ ਮੇਰੇ ਚੰਮ ਦੀ ਪਰਖ ਕੀਤੀ ਹੈ। ਮੇਰਾ ਸਰੀਰ ਵੇਖਿਆ, ਮੇਰੇ ਅੰਦਰ ਕੀ ਉਹ ਤਾਂ ਵੇਖਿਆ ਹੀ ਨਹੀਂ। ਅੰਦਰ ਕਿੰਨੀ ਕੁ ਬਖਸ਼ਿਸ਼ ਆ ਉਹਦਾ ਤਾਂ ਇਹਨਾਂ ਨੂੰ ਗਿਆਨ ਹੀ ਕੋਈ ਨਹੀਂ ਹੈ। ਮੇਰਾ ਸਰੀਰ ਵੇਖ ਕੇ ਹੱਸ ਪਏ ਆ। ਤੇ ਰਾਜੇ ਜਨਕ ਦਾ ਅੱਜ ਸਵਾਲ ਇੰਨਾ ਵੱਡਾ ਸੀ, ਬੜਾ ਗਹਿਰ ਗੰਭੀਰ ਸੀ। ਇਸੇ ਕਰਕੇ ਸਾਰੇ ਵਿਦਵਾਨ ਸੱਦੇ ਨੇ ਕਿ ਕੋਈ ਇਹੋ ਜਿਹਾ ਗੁਰੂ ਮੇਰਾ ਰਾਜਗੁਰੂ ਬਣੇ ਜਿਹੜਾ ਮੈਨੂੰ ਘੋੜੇ ਦੇ ਉੱਪਰ ਇੱਕ ਰਕਾਬ 'ਚ ਪੈਰ ਪਾਇਆ ਹੋਵੇ, ਜਿੰਨਾ ਸਮਾਂ ਦੂਸਰੀ ਰਕਾਬ 'ਚ ਪੈਰ ਪਾਉਣ ਨੂੰ ਲੱਗਣਾ ਇੰਨੇ ਕੁ ਸਮੇਂ 'ਚ ਮੈਨੂੰ ਗਿਆਨ ਕਰਾ ਦਿਓ, ਮੇਰਾ ਗੁਰੂ ਹੋਏਗਾ। ਹੁਣ ਜਿਹੜੇ ਖੜੇ ਸਰੀਰ ਤੱਕ ਨੇ ਉਹ ਮਨ ਨੂੰ ਗਿਆਨ ਕਿਵੇਂ ਕਰਾ ਸਕਦੇ? ਜਿਹੜੇ ਬਾਹਰੀ ਤੌਰ ਤੇ ਵੇਖ ਕੇ ਆਪਣੇ ਆਪ ਨੂੰ ਵਿਦਵਾਨ ਸਮਝ ਰਹੇ ਆ, ਉਹ ਅੰਦਰ ਦੀ ਬਾਤ ਕਿਵੇਂ ਸਮਝਾ ਸਕਦੇ ਆ? ਜਿਹੜੇ ਆਪ ਹੀ ਨਹੀਂ ਸਮਝੇ, ਆਪ ਹੀ ਨਹੀਂ ਧਰਮੀ, ਜਿਨ੍ਹਾਂ ਦਾ ਮਨ ਆਪ ਹੀ ਨਹੀਂ ਸਮਝਿਆ, ਉਹ ਕਿਸੇ ਦੇ ਮਨ ਨੂੰ ਕਿਵੇਂ ਬਤੀ ਸਕਦੇ? ਅਸ਼ਟਾ ਵਕਰ ਦਾ ਸਰੀਰ ਜਿਹੋ ਜਿਹਾ ਮਰਜ਼ੀ ਸੀ, ਪਰ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੋਇਆ ਹੈ। ਅੰਦਰ ਪਰਮਾਤਮਾ ਦੇ ਗੁਣ ਵਸੇ ਹੋਏ ਨੇ, ਅੰਦਰ ਪਰਮਾਤਮਾ ਦਾ ਧਰਮ ਵਸਿਆ ਹੋਇਆ, ਪਰਮਾਤਮਾ ਦਾ ਉਪਦੇਸ਼ ਔਰ ਪਰਮਾਤਮਾ ਦਾ ਗਿਆਨ ਵਸਿਆ ਹੋਇਆ। ਰਾਜੇ ਨੇ ਜਦੋਂ ਕਿਹਾ ਵੀ ਮੈਨੂੰ ਇੰਨੇ ਕੁ ਸਮੇਂ 'ਚ ਗਿਆਨ ਕਰਾਓ, ਅਸ਼ਟਾ ਵਕਰ ਨੇ ਕਿਹਾ ਜਦੋਂ ਕਿਸੇ ਤੋਂ ਗਿਆਨ ਲੈਣਾ ਹੋਵੇ ਪਹਿਲਾਂ ਦਕਸ਼ਨਾ ਦੇਣੀ ਪੈਂਦੀ ਹੈ, ਉਹਨੂੰ ਕੁਝ ਭੇਟ ਕਰਨਾ ਪੈਂਦਾ ਹੈ। ਕਹਿੰਦਾ ਜੀ ਕਿਹੋ ਜੀ ਭੇਟਾ? ਕਹਿੰਦੇ ਤਨ, ਮਨ, ਧਨ, ਇਹ 3 ਭੇਟਾਵਾਂ ਨੇ, ਤਿੰਨਾਂ ਚੋਂ ਇੱਕ ਦੇ ਦੇ। ਕਹਿੰਦਾ ਜੀ ਘਰ ਸਲਾਹ ਕਰ ਲੈਣ ਦਿਓ। ਘਰੇ ਰਾਣੀਆਂ ਨਾਲ, ਬੱਚਿਆਂ ਨਾਲ ਸਲਾਹ ਕੀਤੀ। ਉਹਨਾਂ ਨੇ ਕਿਹਾ ਵੀ ਤਨ ਭੇਟਾ ਦੇ ਦਿੱਤਾ ਫਿਰ ਸਾਡੇ ਕੋਲ ਕੌਣ ਰਹੇਗਾ? ਜੇ ਧਨ ਵੀ ਭੇਟਾ ਦੇ ਦਿੱਤਾ ਫਿਰ ਸਾਡੇ ਕੰਗਾਲੀ ਆ ਜਾਏਗੀ ਤੇ ਇਹ ਸਾਰੇ ਸੁੱਖ ਆਰਾਮ, ਸਾਰੀਆਂ ਲੋੜਾਂ ਜ਼ਰੂਰਤਾਂ ਇਹ ਕਿਵੇਂ ਪੂਰੀਆਂ ਹੋਣਗੀਆਂ? ਮਨ ਕਿਸੇ ਦੇ ਕੰਮ ਨਹੀਂ ਆਉਣ ਵਾਲਾ, ਤੁਸੀਂ ਮਨ ਦੇ ਦਿਓ। ਮਨ ਦੀ ਨਾ ਸਾਨੂੰ ਲੋੜ ਆ, ਨਾ ਤੁਹਾਨੂੰ ਲੋੜ ਆ, ਨਾ ਕੋਈ ਰਾਜ ਭਾਗ ਨਾਲ ਉਹਦਾ ਕੋਈ ਸਰੋਕਾਰ ਹੈ। ਰਾਜ ਭਾਗ ਮੰਤਰੀ ਸੰਤਰੀ ਚਲਾਉਂਦੇ ਆ, ਤੁਸੀਂ ਮਨ ਦੇ ਦਿਓ, ਸਾਨੂੰ ਵਾਧੂ ਲੱਗ ਰਿਹਾ। ਰਾਜੇ ਜਨਕ ਨੇ ਕਿਹਾ ਜੀ ਮਨ ਤੁਹਾਨੂੰ ਦਿੱਤਾ, ਠੀਕ ਹੈ। ਰਾਜ ਅਸ਼ਟਾ ਵਕਰ ਕਹਿਣ ਲੱਗੇ ਮਨ ਮੇਰਾ ਹੋ ਗਿਆ, ਹੁਣ ਤੇਰਾ ਇਸ ਮਨ ਤੇ ਕੋਈ ਜ਼ੋਰ ਨਹੀਂ ਹੈ। ਤੇ ਅਸ਼ਟਾ ਵਕਰ ਨੇ ਜਦੋਂ ਇਹ ਗੱਲ ਕਹੀ ਵੀ ਮਨ ਮੇਰਾ ਹੋਇਆ, ਉਹਨੇ ਮਨ ਦੇ ਦਿੱਤਾ। ਰਾਜਾ ਜਨਕ ਇਹ ਗੱਲ ਕਿਹਾ ਕਿ ਜਦੋਂ ਘੋੜੇ ਤੇ ਚੜ੍ਹਨ ਲੱਗਿਆ, ਪਹਿਲੀ ਰਕਾਬ 'ਚ ਪੈਰ ਪਾਇਆ, ਦੂਸਰੀ 'ਚ ਪਾਉਣ ਲੱਗਿਆ, ਅਸ਼ਟਾ ਵਕਰ ਨੇ ਰੋਕ ਦਿੱਤਾ, ਰਾਜਨ ਇੱਥੇ ਹੀ ਰੁਕ ਜਾ। ਕਿਹਨੇ ਕਿਹਾ ਤੈਨੂੰ ਘੋੜੇ ਤੇ ਚੜ੍ਹਨ ਨੂੰ? ਕਹਿੰਦਾ ਜੀ ਮੇਰਾ ਮਨ ਕਹਿ ਰਿਹਾ, ਮੈਂ ਮਨ ਤਾਂ ਤੂੰ ਮੈਨੂੰ ਦੇ ਚੁੱਕਿਆ, ਇਹ ਮਨ ਤਾਂ ਫਿਰ ਹੁਣ ਤੇਰਾ ਰਿਹਾ ਹੀ ਨਹੀਂ, ਤੂੰ ਮਨ ਦੇ ਕਹਿੰਦੇ ਕਿਵੇਂ ਘੋੜੇ ਤੇ? ਇਹ ਬਸ ਇੰਨੀ ਗੱਲ ਨਾਲ ਹੀ ਅੰਦਰ ਕਪਾਟ ਖੋਲ ਦਿੱਤੇ ਵੀ ਗੱਲ ਤਾਂ ਸਾਰੀ ਮਨ ਦੀ ਹੈ। ਜੇ ਮਨ ਤੇਰਾ ਕਹਿਣੇ ਵਿੱਚ ਆ ਗਿਆ, ਜੇ ਮਨ ਗੁਰੂ ਨੂੰ ਸੰਭਾਲ ਦਿੱਤਾ, ਇਹਦਾ ਮਤਲਬ ਹੁਣ ਇਹ ਮਨ ਗੁਰੂ ਦੇ ਕਹਿਣੇ ਵਿੱਚ ਚੱਲੇਗਾ। ਇਹ ਮਨ ਹੁਣ ਗੁਰੂ ਦੇ ਪਿੱਛੇ ਲੱਗ ਕੇ ਚੱਲੇਗਾ। ਜਿਸ ਦਿਨ ਇਹ ਮਨ ਗੁਰੂ ਦੇ ਪਿੱਛੇ ਲੱਗ ਕੇ ਤੁਰ ਪਿਆ, ਉਸ ਦਿਨ ਗੁਰਮੁਖ ਬਣ ਜਾਂਦਾ ਹੈ। ਹੁਣ ਤੱਕ ਇਹ ਮਨ ਤੇ ਮੈਂ ਇਕੱਠੇ ਚੱਲ ਰਹੇ ਸਾਂ, ਇਸੇ ਕਰਕੇ ਮੈਨੂੰ ਮਨ ਲੋਕ ਕਹਿ ਰਹੇ ਆ ਸਾਰੇ। ਹੁਣ ਇਹ ਮਨ ਗੁਰੂ ਨਾਲ ਜੁੜ ਕੇ ਤੁਰ ਪਿਆ ਤੇ ਮੇਰਾ ਮਨ ਜਿਹੜਾ ਇਹ ਗੁਰਮੁਖ ਬਣ ਚੁੱਕਿਆ ਹੈ।
सतगुरु पातशाह कहते अकल ते शकल दो पक्ष ने, अकला करके साझा बनदियां ने। जदों अकला करके साझ बन जाए फिर शकल कोई बहुते मायने नहीं रखाउंदी। शकल करके जो जा मर्जी कोई होवे, सतगुरु पातशाह तगर गुणा दी सांझ मोताई मारे ने कहा सांझ करीजा गुणा केरी, छोड़ अपण चलिए भाई तू गुणा दी सांझ पाया कर। औगण तां अपने विच ही बहुत ने, तो इत्थे आके भी कई बार औगणा दी सांझ पाउण लग पैना, इत्थे आके भी कई बार औगण ही वेखण लग पैना। औगण अपने विच ने, औगण असीं छड्ड के जाणे ते गुण इत्थों लैके जाणे। किसे तो भी कोई चंगा गुण मिलदा, कीमती गल मिलदी, उहनूं ग्रहण कर लै। कितों कोई माड़ी गल मिलदी उहनूं उत्थे ही छड्ड दे। हुण किसे दे घर मठियाई दा डब्बा तुसीं देण गए हो, जे उहने फड़िया ही नहीं तां फिर साडे कोल ही रहेगा ना। जे तां उहनूं फड़ा दित्ता तां ओहदा हो गया, जे हुण नहीं फड़िया तां फिर साडे कोल ही रहेगा। इसे तरह ही गुण औगण हुंदे आ। जे असीं किसे नूं अपना औगण गुरु कोल आया, जे औगण छड्ड जांगे ओहदे बदले गुरु गुण दे देगा। जे औगण लैके भी आए ते नाल ही वापस लैके चले गए, बल्कि एक औगण होर नाल लैके चले गए, फिर हौली हौली औगणां च वाधा हुंदा जाएगा। गुण साडे सड़दे जाणगे, गुण साडे गलदे जाणगे। और गुण गलण दा कारण सब तो वड्डा यही है, हर बिसरत तेरे गुण गलिया। परमात्मा नूं भुल के ये सारे गुण गल जाते हैं। परमात्मा याद रवे तां ये सारे औगणां विच गुणां विच बदल जाते हैं। परमात्मा याद रवे, औगण हौली हौली खत्म होने शुरू हो जाते हैं। एक दिन ये जिंदगी गुणा करके इन्नी खूबसूरत हो जाती है। इसलिए गुरु कोल जदों आना ना, अरदास यही करिया करो, पातशाह हर रोज आउंदे आ, पर हुण मैं जदों तेरे कोल आवां, किरपा करी मैनूं इहो जिहा जीवन बख्श देई कि मेरे समुचे जीवन विचों गुणां दी खुशबू आवे। मेरा मुख इन्ना क पाक पवित्र हो जाए, इस मुख तो केवल तेरी गुरबाणी, तेरे शब्द, तेरा कीर्तन, तेरा भजन, तेरा सिमरन, तेरी उस्तत ही निकले। इस मुख तो किसी को माड़े शब्द, माड़े वचन ना निकलन। और मेरा मन भी इन्ना साफ सुथरा हो जाए, जेड़ा मन मैं हर रोज तेरे कोल लेके आउणा, किरपा कर अज उस मन विच धर्म वसा दिओ, अज उस मन विच अपना ज्ञान वसा दिओ, अज मन विच अपने गुण वसा दिओ, अज मन तक अपना उपदेश भेज दिओ, ताकि मेरा मन भी तुहाडे चरनां नाल जुड़ के पूरी तरह उजला हो जाए, निर्मल हो जाए, स्वच्छ हो जाए, साफ सुथरा हो जाए। यही अरदास करके सतगुरां कोल जदों आवांगे ते जावांगे, सतगुरु जरूर किरपा करनगे। पातशाह कहते मैं तां आप जेड़े मुख उजला कर लेंदे आ, जेड़े नाम जप के जीओ निर्मल बाहरों निर्मल बन जाते आ, उन्हां दे इंतजार विच तां मैं हर वेले खड़ा रहना है। पर किसी नूं निराश होण दी लोड़ नहीं है। इत्थे हर वेले दरवाजा खुला है, हर वेले बख्शिश दा मींह पै रिहा, हर वेले सतगुरु जीवनां दीयां घाड़तां कर रहे ने। बस अपना आप कुछ भी गुरु नूं भेंट कर दईए। वैसे तो इत्थे उही परवान है जिहड़ा तन मन धन सब सौंप गुरु को हुक्म मन्निया पाई है। चलो जे कला मन भी भेंट कर देवांगे, मन जिहनूं भेंट कर दईए, जबरदस्ती किसी का तन काबू विच कीता जांदा है, किसी का मन काबू नहीं कर सकते। पर किसी का मन काबू च आ जाए, उहदा तन भी अपने आप काबू विच आ जाता है। सतगुरु कहते तू कला मन दे जा, जे मन मैनूं दे जाएगा ये तन भी काबू च आ जाएगा, ये धन भी दसवंध दे रूप विच चंगे कामां ते लगन लग पेगा। जेड़ा धन अज पतत पुणियां विच नशियां दे विच बर्बाद हो रहा है, ओही धन जदों मन गुरु दे मुताबिक हो गया, वो धन भी धर्म दे कारजां विच लगन लग पेगा। सतगुरां ने अज मनमुख दी बात समझाई है। जेड़ा मन पिछे चले वो मनमुख हुंदा है, जेड़ा गुरु पिछे चले वो गुरमुख हुंदा है। मनमुख ते गुरमुख दीयां बातां बड़ियां गहरियां गंभीर ते लमेरियां ने, पर समझण लई इशारा ही बहुत हुंदा है। कई बार असीं कहने जी सुखमनी साहब दे 2 पाठ कीते आ, सुखमनी साहब दे 5 पाठ भी मैं कर लेना, लेकिन एक पाठ करने वाले बहुत ने। मन की चलो तसल्ली है, बाणी जिन्नी पढ़ो उन्नी सत्कारयोग है, पढ़नी चाहिए है। पर सुखमनी साहब विच ये भी लिखा होया किनका एक जिस जीव सावे, सुखमनी साहब की लिखा होया। ਇਹਦਾ मतलब एक किणके नाल भी गल बन सकती है, जिन्ना लंबा समा मर्जी कथा कीर्तन होंदा रहे, पर जे एक भी शब्द अंदर ना वसिया तो एक घंटिया बदी बैठिया भी निरार्थक हो जाता है। पर जे एक किणका भी असी अंदर उपदेश का वसा के लै गए, जिवें महात्मा बुद्ध कथा करने वास्ते गए, उन्होंने कहा जी कहते त्याग की कथा करो,
ਅੱਗੇ ਅੱਜ ਤਰ੍ਹਾਂ ਕੋਈ ਦਰਬਾਰ ਜਾਂ ਟੈਂਟ ਤੰਬੂ ਕੋਈ ਲੰਬੇ ਚੌੜੇ ਇਸ਼ਤਿਹਾਰਬਾਜ਼ੀ ਕੋਈ ਇਦਾਂ ਦੇ ਪ੍ਰੋਗਰਾਮ ਨਹੀਂ ਸੀ ਲੈ ਕੇ ਜਾਂਦੇ। ਜਿੱਥੇ ਕਿਤੇ 4 ਬੰਦੇ ਬੈਠੇ ਉੱਥੇ ਕਥਾ ਹੋ ਜਾਂਦੀ। ਇੱਕ ਪਿੱਪਲ ਦੇ ਦਰਖਤ ਥੱਲੇ ਬੈਠ ਕੇ ਜਦੋਂ ਕਥਾ ਕਰਨ ਲੱਗੇ ਜੇ ਸ਼ੁਰੂ ਨਹੀਂ ਕੀਤੀ, ਦਰਖਤ ਤੇ ਜਿੰਨੇ ਪੰਛੀ ਬੈਠੇ ਸਨ ਸਾਰੇ ਉੱਡ ਗਏ। ਮਹਾਤਮਾ ਬੁੱਧ ਨੇ ਕਿਹਾ ਜੀ ਚਲੋ ਅੱਜ ਦੀ ਕਥਾ ਸਮਾਪਤ ਹੋ। ਕਹਿੰਦੇ ਜੀ ਸ਼ੁਰੂ ਵੀ ਨਹੀਂ ਕੀਤੀ, ਸਮਾਪਤ ਕਿਵੇਂ ਹੋ ਗਈ? ਕਹਿੰਦੇ ਅੱਜ ਦਾ ਉਪਦੇਸ਼ ਹੀ ਇਹ ਹੈ ਕਿ ਇੱਥੇ ਕੁਝ ਵੀ ਨਹੀਂ ਰਹਿਣਾ, ਸਭ ਕੁਝ ਛੱਡ ਕੇ ਅਸੀਂ ਚਲੇ ਜਾਣਾ। ਜੇ ਅਸੀਂ ਮਰਨ ਤੋਂ ਬਾਅਦ ਸਾਰਾ ਕੁਝ ਛੱਡਣਾ, ਜਿਉਂਦੇ ਜੀ ਸਾਰਾ ਕੁਝ ਛੱਡ ਦੋ ਤੇ ਤੁਸੀਂ ਸੱਚਮੁੱਚ ਤਿਆਗੀ ਹੋ ਜਾਓਗੇ। ਜਿਉਂਦੇ ਜੀ ਸਾਰਾ ਕੁਝ ਤੁਸੀਂ ਤਿਆਗ ਦਿਓ, ਤੁਸੀਂ ਤਿਆਗੀ ਬਣ ਜਾਓਗੇ। ਅਸਲ ਤਿਆਗੀ ਵੀ ਉਹ ਹੁੰਦਾ ਜਿਹਦੇ ਕੋਲੇ ਛੱਡਣ ਨੂੰ ਕੁਝ ਹੋਵੇ, ਜਿਹਨੂੰ 2 ਵਕਤ ਦੀ ਰੋਟੀ ਨਹੀਂ ਜੁੜਦੀ, ਤਨ ਤੇ ਕੱਪੜਾ ਨਹੀਂ, ਰਹਿਣ ਲਈ ਘਰ ਨਹੀਂ, ਕੋਈ ਕੋਠੀ ਗੱਡੀ ਮੋਟਰ ਕੁਝ ਵੀ ਨਹੀਂ। ਉਹ ਕੱਲ ਕਵੇ ਮੈਂ ਤਾਂ ਤਿਆਗੀ ਹੋ ਗਿਆ, ਉਹਦੇ ਕੋਲ ਤਾਂ ਹੈ ਹੀ ਕੁਝ ਨਹੀਂ ਸੀ, ਕੀ ਤਿਆਗ ਕਰਕੇ ਆਇਆ? ਉਹਨੇ ਛੱਡਿਆ ਕੀ ਹੈ? ਮਹਾਤਮਾ ਬੁੱਧ ਵਰਗੇ ਇੱਕ ਰਾਜਕੁਮਾਰ ਜਦੋਂ ਸਭ ਕੁਝ ਛੱਡ ਕੇ ਆਉਂਦੇ ਆ, ਪਤਾ ਲੱਗਦਾ ਵੀ ਤਿਆਗ ਐਵੇਂ ਹੁੰਦਾ ਹੈ। ਪਰ ਤਿਆਗ ਵੀ ਇਹੋ ਜਿਹਾ ਹੋਵੇ, ਪਰਤ ਕੇ ਉਸ ਚੀਜ਼ ਨਾਲ ਕਦੇ ਮੋਹ ਨਾ ਹੋਵੇ। ਜਿਵੇਂ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ ਜਿਹੜੀ ਝੌਂਪੜੀ 'ਚ ਰਾਤ ਕੱਟ ਲੈਂਦੇ ਸੀ, ਜਾਂ ਜਿਸ ਝੌਂਪੜੀ 'ਚ 2 4 6 ਮਹੀਨੇ ਰਹੇ, ਜਾਣ ਲੱਗੇ ਉਹਨੂੰ ਅੱਗ ਲਾ ਜਾਂਦੇ ਸੀ ਕਿਤੇ ਮੇਰਾ ਇਹਦੇ ਨਾਲ ਮੋਹ ਨਾ ਬਣਿਆ ਰਹਿਣਾ। ਇਸ ਤਰ੍ਹਾਂ ਦਾ ਤਿਆਗ ਹੋਵੇ। ਕਹਿਣ ਤੋਂ ਭਾਵ ਸਿੱਖਣ ਵਾਸਤੇ, ਸਮਝਣ ਲਈ ਇੱਕ ਕਿਣਕਾ, ਇੱਕ ਸ਼ਬਦ, ਇੱਕ ਅੱਖਰ ਹੀ ਬਹੁਤ ਹੋ ਜਾਂਦਾ ਹੈ। ਜੇ ਕਿਤੇ ਉਹ ਜ਼ਿੰਦਗੀ 'ਚ ਕਮਾਇਆ ਜਾਏ, ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਰੂਪ 'ਚ, ਅਮਲੀ ਰੂਪ ਵਿੱਚ ਉਹ ਆ ਜਾਏ, ਤਾਂ ਫਿਰ ਇੱਕ ਉਪਦੇਸ਼, ਇੱਕ ਕਿਣਕਾ ਹੀ ਸਾਡੇ ਜੀਵਨ ਦਾ ਆਨੰਦ ਬਦਲ ਕੇ ਰੱਖ ਦਿੰਦਾ ਹੈ, ਜੀਵਨ ਦਾ ਸਵਾਦ ਬਦਲ ਕੇ ਰੱਖ ਦਿੰਦਾ ਹੈ। ਸਤਿਗੁਰੂ ਕਿਰਪਾ ਕਰਨ ਅਸੀਂ ਸਾਰੇ ਗੁਰਮੁਖ ਬਣੀਏ, ਅਸੀਂ ਸਾਰੀ ਉਸ ਗੁਰਮੁਖਤਾਈ ਦੀਆਂ, ਰੂਹਾਨੀਅਤ ਦੀਆਂ, ਅਧਿਆਤਮਕ ਦੀਆਂ ਸਿਖਰਾਂ ਨੂੰ ਛੂਈਏ ਜਿਹਦੀ ਗੱਲ ਗੁਰਬਾਣੀ ਨੇ ਵਾਰ-ਵਾਰ ਕੀਤੀ ਹੈ। ਖੈਰ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਕੀ ਰਹਿਮਤ ਵਰਸਾ ਰਹੇ ਨੇ, ਪਿਆਰ ਨਾਲ ਸਰਵਣ ਕਰੀਏ ਜੀ। ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨਾ ਅੰਤਰ ਹਰ ਸੁਰਤ ਨਾਹੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨਮੁਖ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ, ਉਹਦੀ ਜਿਹੜੀ ਸੁਰਤ ਹੈ ਨਾ, ਭਾਵੇਂ ਸਰੀਰ ਕਰਕੇ ਜਿੰਨਾ ਮਰਜ਼ੀ ਨਰੋਆ ਹੋਵੇ, ਜਿੰਨਾ ਮਰਜ਼ੀ ਸੁਡੌਲ ਹੋਵੇ, ਜਿੰਨਾ ਮਰਜ਼ੀ ਤਾਕਤਵਰ ਹੋਵੇ, ਕੱਦਾਵਰ ਹੋਵੇ, ਲੇਕਿਨ ਉਹਦੀ ਸੁਰਤ ਇੱਕ ਬਿਰਧ, ਇੱਕ ਬਜ਼ੁਰਗ ਦੀ ਤਰ੍ਹਾਂ ਕ੍ਰਿਸ਼, ਕਮਜ਼ੋਰ, ਨਿਢਾਲ ਹੁੰਦੀ ਹੈ, ਬਲਵਾਨ ਨਹੀਂ ਹੁੰਦੀ। ਸੁਰਤ ਤਕੜੀ ਨਹੀਂ ਹੁੰਦੀ, ਮਨੋਬਲ ਤਕੜਾ ਨਹੀਂ ਹੁੰਦਾ। ਇੱਥੇ ਮਾਨਸਿਕ ਮਨੋਬਲ ਦੀ ਗੱਲ, ਜਿੱਥੇ ਸਰੀਰ ਨਰੋਆ ਸੁਡੌਲ ਚਾਹੀਦਾ, ਉੱਥੇ ਮਾਨਸਿਕ ਤੌਰ ਤੇ ਵੀ ਸਿੱਖ ਜਿਹੜਾ ਉਹ ਤਾਕਤਵਰ ਚਾਹੀਦਾ ਹੈ, ਸੁਡੌਲ ਚਾਹੀਦਾ ਹੈ। ਉਹਦੀ ਸੁਰਤ ਵੀ ਤਾਕਤਵਰ ਹੋਣੀ ਚਾਹੀਦੀ ਆ, ਕਿਉਂਕਿ ਇਹ ਸੁਰਤ ਹੀ ਤਾਂ ਹੈ ਜਿਹੜੀ ਵਾਰ-ਵਾਰ ਬੋਲਦੀ ਹੈ। ਕਬੂ ਜਿਹੜਾ ਉਹ ਚੜ੍ਹਦਾ ਹੈ, ਕਬੂ ਜਾਏ ਪਿਆਲੇ, ਲੋਭੀ ਜਿਹੜਾ ਫਿਰਨਾ ਰਹਿੰਦਾ ਹੈ ਚਾਰੇ ਕੁੰਡਾ ਪਾ। ਕਦੇ ਇਹ ਮਨ 10ਵੇਂ ਆਕਾਸ਼ ਤੇ ਚੜਿਆ ਹੁੰਦਾ ਤੇ ਕਦੇ ਇੰਨਾ ਪਤਾਲ ਵਿੱਚ, ਭਾਵ ਇੰਨਾ ਨੀਵਾਂ ਚਲਿਆ ਜਾਂਦਾ ਹੈ ਕਿ ਦੇਖਣ ਵਾਲੇ ਵੀ ਕਈ ਵਾਰ ਦੰਦਾਂ ਚੁਗਣਾ ਲੈ ਲੈਂਦੇ ਆ ਵੀ ਇਹਦੇ ਤੋਂ ਆ ਉਮੀਦ ਨਹੀਂ ਸੀ, ਆ ਕੀ ਕਹਿ ਗਿਆ, ਇਹ ਇਹੋ ਜਿਹਾ ਕੰਮ ਕਿਵੇਂ ਕਰ ਗਿਆ? ਕਿਉਂਕਿ ਮਨ ਹੈ, ਸੁਰਤ ਹੈ, ਕਦੇ ਤਾਂ ਇੰਨੀ ਨੀਵੀਂ ਡਿੱਗ ਪੈਂਦੀ ਹੈ ਕਿ ਵੇਖਣ ਵਾਲਿਆਂ ਨੂੰ ਨੀਵੀਂ ਪਾਉਣੀ ਪੈ ਜਾਂਦੀ ਹੈ। ਕਈ ਵਾਰ ਸੁਰਤ ਇੰਨੀ ਉੱਚੀ ਚਲੇ ਜਾਂਦੀ ਹੈ, ਲੋਕ ਆਸ਼ਾ ਕਰ ਉੱਠਦੇ ਆ ਵੀ ਗੁਰਮੁਖ ਹੋਵੇ ਤਾਂ ਇਹੋ ਜਿਹਾ ਹੋਵੇ, ਜੇ ਕੋਈ ਰੱਬ ਦਾ ਪਿਆਰਾ ਹੋਵੇ ਤਾਂ ਇਹੋ ਜਿਹਾ ਹੋਵੇ, ਭਗਤ ਹੋਵੇ ਤਾਂ ਇਹੋ ਜਿਹਾ ਹੋਵੇ, ਸੰਤ ਹੋਵੇ ਤਾਂ ਇਹੋ ਜਿਹਾ ਹੋਵੇ। ਜਦੋਂ ਸੁਰਤ ਉੱਚੀ ਉੱਠੀ ਹੋਵੇ, ਇੱਥੇ ਸੁਰਤ ਉੱਚੀ ਉੱਠਣ ਵਾਲਿਆਂ ਦਾ ਜ਼ਿਕਰ ਹੈ, ਇੱਥੇ ਸੁਰਤ ਬਲਵਾਨ ਵਾਲਿਆਂ ਦਾ ਜ਼ਿਕਰ ਹੈ, ਇੱਥੇ ਜਿਨ੍ਹਾਂ ਦੀ ਸੁਰਤ ਵਿੱਚ ਹਰ ਵੇਲੇ ਸੁਰਤੀ ਚੋਂ ਪਰਮਾਤਮਾ ਵਸਿਆ ਹੋਇਆ ਉਹਨਾਂ ਦਾ ਜ਼ਿਕਰ ਹੈ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਉਹ ਕਦੇ ਬੁੱਢੇ ਨਹੀਂ, ਉਹ ਕਦੇ ਬਜ਼ੁਰਗ ਹੋ ਨਹੀਂ ਸਕਦੇ। ਭਾਵੇਂ ਉਹ ਸਰੀਰ ਕਰਕੇ ਬਜ਼ੁਰਗ ਹੋਣ, ਪਰ ਉਹਨਾਂ ਦੇ ਅੰਦਰ ਸੁਰਤ, ਉਹਦੀ ਯਾਦ, ਉਹਦੀ ਮਮਤਾ, ਉਹਦਾ ਮੋਹ ਹਮੇਸ਼ਾ ਹੀ ਬਲਵਾਨ ਰਹਿੰਦਾ ਹੈ। ਪਰ ਮਨਮੁਖ ਬੰਦੇ ਦਾ ਬਿਲਕੁਲ ਉਲਟ ਤਰ੍ਹਾਂ ਦਾ ਵਰਤਾਵ ਹੈ। ਉਹ ਸਰੀਰ ਕਰਕੇ ਜਿੰਨਾ ਮਰਜ਼ੀ ਤਕੜਾ ਹੋਵੇ, ਉਹਦੀ ਸੁਰਤ ਬਜ਼ੁਰਗਾਂ ਦੀ ਤਰ੍ਹਾਂ ਕਮਜ਼ੋਰ ਹੁੰਦੀ ਹੈ। ਉਹਦੀ ਸੁਰਤ ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਹੀਂ, ਉਹਨਾਂ ਦੀ ਸੁਰਤ ਇੱਕ ਬਿਰਧ, ਇੱਕ ਬਜ਼ੁਰਗ ਦੀ ਤਰ੍ਹਾਂ ਕਮਜ਼ੋਰ ਹੈ। ਜਿਨ੍ਹਾਂ ਦੀ ਸੁਰਤ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ, ਜਿਨ੍ਹਾਂ ਦੀ ਸੁਰਤ ਵਿੱਚ ਪਰਮਾਤਮਾ ਦੀ ਸਿਫਤ ਨਹੀਂ ਹੈ, ਜਿਨ੍ਹਾਂ ਦੀ ਸੁਰਤ ਵਿੱਚ ਸਿਮਰਤੀ ਵਿੱਚ ਪਰਮਾਤਮਾ ਦਾ ਚੇਤਾ ਨਹੀਂ ਹੈ, ਉਹਦੇ ਗੁਣ ਨਹੀਂ ਟਿਕੇ, ਪਰਮਾਤਮਾ ਦਾ ਸੁਭਾਅ ਨਹੀਂ ਆਇਆ, ਪਰਮਾਤਮਾ ਵਰਗਾ ਵਰਤਾਓ ਨਹੀਂ ਆਇਆ, ਪਰਮਾਤਮਾ ਵਰਗੀ ਨੇਚਰ ਨਹੀਂ ਆਈ। ਉਹ ਭਾਵੇਂ ਸਰੀਰ ਕਰਕੇ ਜਿੰਨੇ ਮਰਜ਼ੀ ਤਕੜੇ ਹੋਣ, ਪਰ ਸੁਰਤ ਕਰਕੇ ਕਮਜ਼ੋਰ ਹਨ ਜੀ। ਵਿੱਚ ਹਉਮੈ ਕਰਮ ਕਮਾਵਤੇ,
ਚੱਲਣ ਦੀ ਬਜਾਏ ਆਪਣੇ ਮਨ ਪਿੱਛੇ ਚੱਲਦੇ ਆ, ਕਿਉਂਕਿ ਮਨ ਕਹਿੰਦਾ ਵੀ ਤੂੰ ਬਹੁਤ ਸਿਆਣਾ, ਤੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ। ਜਦੋਂ ਮਨ ਇਹ ਗੱਲ ਕਵੇ ਤਾਂ ਇਹਦਾ ਮਤਲਬ ਉਹਦੇ ਅੰਦਰ ਹਉਮੈ ਵੀ ਬੜੀ ਪ੍ਰਬਲ ਹੋਈ ਹੋਈ ਹੈ। ਮਨ ਉਦੋਂ ਨਹੀਂ ਕਿਸੇ ਦੀ ਗੱਲ ਸੁਣਦਾ ਜਦੋਂ ਹੰਕਾਰ ਸਿਰ ਚੜ ਕੇ ਬੋਲਦਾ ਹੋਵੇ। ਉਦੋਂ ਨੂੰ ਲੱਗਦਾ ਮੇਰੇ ਵਰਗਾ ਸਿਆਣਾ ਕੋਈ ਨਹੀਂ ਹੈ, ਮੇਰੇ ਵਰਗਾ ਦਾਨੀ ਕੋਈ ਨਹੀਂ ਹੈ, ਮੇਰੇ ਵਰਗਾ ਅਕਲਮੰਦ ਕੋਈ ਨਹੀਂ ਹੈ, ਮੇਰੇ ਜਿੰਨੀ ਕੋਈ ਸਿਆਣੀ ਗੱਲ ਨਹੀਂ ਕਰ ਸਕਦਾ। ਮੈਂ ਹੁੰਦਾ ਮੈਂ ਆਹ ਕਰ ਦੇਣਾ ਸੀ। ਬੜਿਆਂ ਨੂੰ ਇਸ ਗੱਲ ਦਾ ਵਹਿਮ ਹੁੰਦਾ ਹੈ। ਤਾਂ ਹੀ ਪਾਤਸ਼ਾਹ ਨੇ ਕਿਹਾ ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬਹੁਤ ਡੁੱਬੇ ਸਿਆਣੇ। ਇਹੋ ਜੇ ਮਤ ਵਾਲੇ ਲੋਕਾਂ ਨੂੰ ਕਹੋ ਮੈਂ ਗੁਰੂ ਦੀ ਮਤ ਲੈ ਲਓ, ਕਹਿੰਦਾ ਮੈਂ ਸਿਆਣਾ। ਮਹਾਰਾਜ ਕਹਿੰਦੇ ਰਾਵਣ ਵਰਗੇ ਵੀ ਡੁੱਬ ਗਏ। ਜਿਹੜੇ 4 ਵੇਦ 6 ਸ਼ਸਤਰ 10 ਸਿਰਾਂ ਵਾਲਾ ਨੂੰ ਕਿਹਾ ਜਾਂਦਾ ਸੀ। 10 ਸਿਰ ਨਹੀਂ ਸੀ ਉਹਦੇ, 10 ਸਿਰਾਂ ਜਿੰਨਾ ਕੱਲੇ ਇੱਕ ਸਿਰ ਵਿੱਚ ਗਿਆਨ ਸੀ। ਐਡਾ ਵਿਦਵਾਨ ਵੀ ਡੁੱਬ ਰਿਹਾ ਹੈ। ਇਹਦੇ ਬੜੇ ਵੱਡੇ ਬ੍ਰਹਮ ਗਿਆਨੀ, ਬੜੇ ਵੱਡੇ ਜਿਨ੍ਹਾਂ ਨੇ ਜਿਹੜੇ ਲੋਕਾਂ ਦੇ ਬਣਾਏ, ਜਿਹਨੂੰ ਪਰਮਾਤਮਾ ਨੇ ਬਣਾਇਆ, ਪਰਮਾਤਮਾ ਦੀ ਜ਼ਿੰਮੇਵਾਰੀ ਉਹ ਡੁੱਬਣ ਨਹੀਂ ਦਿੰਦਾ। ਜਿਨ੍ਹਾਂ ਨੇ ਮਨ ਦੀ ਵਾਕ ਗੁਰੂ ਨੂੰ ਫੜਾਈਆ, ਗੁਰੂ ਡੁੱਬਣ ਨਹੀਂ ਦਿੰਦਾ। ਜਿਹੜੇ ਲੋਕਾਂ ਦੇ ਬਣਾਏ ਹੋਏ ਨੇ, ਜਿਨ੍ਹਾਂ ਦੇ ਹਾਲ ਅੱਜ ਅਸੀਂ ਵੇਖਦੇ ਹਾਂ, ਲੋਕਾਂ ਦੇ ਬਣਾਏ ਹੋਏ ਬਾਬੇ, ਲੋਕਾਂ ਦੇ ਬਣਾਏ ਹੋਏ ਗੁਰੂ, ਲੋਕਾਂ ਦੇ ਬਣਾਏ ਹੋਏ ਧਰਮੀ, ਵਿੱਚ ਕੁਝ ਵੀ ਨਹੀਂ ਹੁੰਦਾ। ਉਹ ਕਹਿੰਦੇ ਅਸੀਂ ਬਹੁਤ ਸਿਆਣੇ ਆ, ਸਰਕਾਰਾਂ ਸਾਡੇ ਨਾਲ, ਲੋਕ ਸਾਡੇ ਨਾਲ, ਪੈਸਾ ਸਾਡੇ ਕੋਲ, ਚੈਨਲ ਤੱਕ ਅਸੀਂ ਸਭ ਕੁਝ ਖਰੀਦਿਆ ਹੋਇਆ, ਪਰ ਗੁਰੂ ਦੀ ਮੱਤ ਬਿਨਾਂ ਜੇਲ੍ਹਾਂ 'ਚ ਬੈਠੇ ਡੁੱਬ ਗਏ। ਆਪ ਡੁੱਬੇ ਚੌਬੇਦ ਮੇਥੀ ਬਸ ਨਹੀਂ, ਆਪ ਵੀ ਡੁੱਬੇ, ਚੇਲੇ ਦੀਏ ਬਹਾਏ ਤੇ ਨਾਲ ਉਹਨਾਂ ਦੇ ਚੇਲੇ ਵੀ ਡੁੱਬਦੇ ਆ। ਜਿਹੜੇ ਉਹਨਾਂ ਦੇ ਪਿੱਛੇ ਝੋਲੀ ਚੁੱਕ ਹੁੰਦੇ ਆ ਉਹ ਵੀ ਡੁੱਬਦੇ ਆ, ਕਿਉਂਕਿ ਜਿਹਦੇ ਪਿੱਛੇ ਲੱਗਿਆ ਉਹ ਵੀ ਕੱਚਾ ਹੈ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਪ ਖਾਣੀ। ਹੁਣ ਕੱਚਾ ਕੱਚਿਆਂ ਪਿੱਛੇ ਚੱਲ ਰਿਹਾ ਤੇ 100 ਕੱਚਾ ਰਲ ਕੇ ਵੀ ਇੱਕ ਪੱਕਾ ਕੁਝ ਨਹੀਂ ਬਣਾ ਸਕਦਾ। ਧਰਮ ਦੀ ਦੁਨੀਆ ਵਿੱਚ ਜਿੰਨਾ ਉੱਚਾ ਮਰਤਬਾ ਚਾਹੁੰਦੇ ਹੋ, ਉਨੀ ਵੱਡੀ ਤਿਆਰੀ ਵੀ ਚਾਹੀਦੀ ਹੈ। ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ। ਚਾਹੁੰਦੇ ਅਸੀਂ 10ਵੇਂ ਦਵਾਰ ਪਹੁੰਚਣਾ ਪਰ ਇੱਕ ਦਿਨ 'ਚ ਹੀ, ਚਾਹੁੰਦੇ ਅਸੀਂ ਬ੍ਰਹਮ ਗਿਆਨ ਲੈਣਾ ਪਰ 40 ਦਿਨਾਂ 'ਚ ਹੀ, ਚਾਹੁੰਦੇ ਅਸੀਂ ਪਰਮਾਤਮਾ ਦਾ ਰੂਪ ਹੋ ਜਾਈਏ ਪਰ 6 ਮਹੀਨਿਆਂ 'ਚ ਹੋ ਜਾਏ, ਨਹੀਂ ਹੁੰਦਾ। ਹਾਂ, ਜਿਨ੍ਹਾਂ ਦੇ ਕਰਮ ਪਿਛਲੇ ਪ੍ਰਾਪਤ ਕਰ ਬੜਾ ਅਕਾਊਂਟ, ਬੜਾ ਕੁਛ ਇੱਥੇ ਕੈਲਕੂਲੇਸ਼ਨ ਹੁੰਦੀ ਹੈ, ਬੜਾ ਕੁਛ ਇਕੱਠਾ ਹੁੰਦਾ, ਕਰਮਾਂ ਦਾ ਹਿਸਾਬ ਕਿਤਾਬ, ਚੰਗੇ ਮਾੜੇ ਕਰਮ ਸਾਹਮਣੇ ਆ ਖੜਦੇ ਆ, ਪਾਪ ਪੁੰਨ ਦੇ ਸਾਖੀ ਹੋਏ। ਜਦੋਂ ਅਸੀਂ ਕਿਸੇ ਦੀ ਅਰਦਾਸ ਕਰਦੇ ਆ ਨਾ, ਜਦੋਂ ਲੋਕ ਕਹਿਣ ਜੀ ਅਰਦਾਸਾਂ ਬਹੁਤ ਕਰਾਈਆਂ, ਸੁਣੀਆਂ ਨਹੀਂ ਗਈਆਂ, ਜਦੋਂ ਅਰਦਾਸ ਕਰ ਰਹੇ ਹੁੰਦੇ ਆ ਜਾਂ ਕਰਾ ਰਹੇ ਹੁੰਦੇ ਆ, ਮਹਾਰਾਜ ਕਹਿੰਦੇ ਆ ਪਾਪ ਪੁੰਨ ਤੋਂ ਸਾਖੀ ਹੋਏ। ਪਾਪ ਤੇ ਪੁੰਨ ਉੱਤੇ ਦੋ ਗਵਾਹ ਬਣ ਕੇ ਖੜੇ ਹੁੰਦੇ ਆ, ਪਰ ਉਹ ਬੋਲਦੇ ਆ ਜੀ ਇੰਨੇ ਪਾਪ ਨੇ ਤੇ ਇੰਨੇ ਪੁੰਨ ਨੇ। ਉਹਦੇ ਹਿਸਾਬ ਨਾਲ ਅੱਗੇ ਗੱਲ ਚੱਲਦੀ ਹੈ। ਕਿਸੇ ਦੀ ਇੱਕ ਮਿੰਟ 'ਚ ਪਹਿਲੀ ਵਾਰ ਸੁਣੀ ਜਾਂਦੀ ਹੈ। ਕਈ ਕਹਿੰਦੇ ਆ ਜੀ ਬੜੇ ਸਾਲ ਹੋ ਗਏ ਅਰਦਾਸਾਂ ਕਰਾਉਂਦੇ ਆ, ਗੱਲ ਨਹੀਂ ਬਣੀ। ਪਾਤਸ਼ਾਹ ਕਹਿੰਦੇ ਕਰਦਾ ਰਹਿ। ਜਦੋਂ ਗੁਰੂ ਨੂੰ ਇਸ ਗੱਲ ਦਾ ਪਤਾ ਲੱਗ ਜਾਏਗਾ ਨਾ ਵੀ ਚੱਲ ਕੋਈ ਗੱਲ ਨਹੀਂ, ਜੇ ਪਾਪ ਬਹੁਤੇ ਕੀਤੇ ਪਰ ਭਰੋਸਾ ਤਾਂ ਮੇਰੇ ਤੇ ਕਰੀ ਬੈਠਾ ਨਾ, ਆਸ ਤੈਨੂੰ ਮੇਰੇ ਤੇ ਹੀ ਆ, ਚੱਲ ਕੋਈ ਗੱਲ ਨਹੀਂ, ਮੇਰਾ ਕੀ ਜ਼ੋਰ ਲੱਗਣਾ, ਇੱਕ ਅੱਖ ਦੇ ਬੰਦ ਕਰਕੇ ਖੋਲਣ ਦੇ ਸਮੇਂ ਵਿੱਚ ਮੈਂ ਸਾਰੇ ਪਾਪ ਖਤਮ ਕਰ ਦੇਣੇ ਆ, ਇਹਦੇ ਔਗਣ ਸਾਰੇ ਮਿਟਾ ਦੇਣੇ ਆ। ਜੇ ਹੁਣ ਭਰੋਸਾ ਹੀ ਮੇਰੇ ਤੇ ਕਰੀ ਬੈਠਾ ਫਿਰ ਸਤਿਗੁਰੂ ਬਖਸ਼ ਦਿੰਦੇ ਆ। ਪਰ ਜਿੰਨੀ ਉੱਚਾ ਤੁਸੀਂ ਇੱਥੇ ਮਰਤਬਾ ਚਾਹੁੰਦੇ ਹੋ, ਉਹਦੀ ਤਿਆਰੀ 100 ਕਿਸੇ ਇੱਕ ਵਿਦਵਾਨ ਨੂੰ ਮੈਂ ਪੜ੍ਹਿਆ, ਸਨਾਤਨ ਮਤ ਨਾਲ ਉਹ ਸੰਬੰਧਿਤ ਨੇ, ਉਹਨਾਂ ਕਿਹਾ ਵੀ 100 ਚੂਹੇ ਦੀ ਖੱਲ ਇਕੱਠੀ ਕਰਕੇ ਤੁਸੀਂ ਕੋਈ ਨਗਾਰਾ ਬਣਾ ਲਾਂਗੇ, ਨਹੀਂ ਬਣਨਾ। 100 ਚੂਹੇ ਦਾ ਮਾਸ ਇਕੱਠਾ ਕਰਕੇ, ਉਹਦੀ ਖੱਲ, ਉਹਦੀ ਚਮੜੀ ਇਕੱਠੀ ਕਰਕੇ ਕੋਈ ਕਵੇ ਨਗਾਰਾ ਪੜ ਲਾਂਗੇ, ਨਹੀਂ ਪੜਿਆ ਜਾਣਾ। ਨਗਾਰਾ ਪੜਨ ਲਈ ਇੱਕ ਊਂਟ ਦੀ ਖੱਲ ਹੀ ਕਾਫੀ ਹੈ। ਇੱਕ ਪਾਸੇ 100 ਚੂਹੇ ਦੀ ਖੱਲ, ਇੱਕ ਪਾਸੇ ਊਂਟ ਦੀ ਗੱਲ। ਹੁਣ ਇੱਥੇ 100 ਚੂਹੇ ਦੀਆਂ ਖੱਲਾਂ ਚੱਕ ਕੇ ਲੋਕ ਤੁਰੇ ਫਿਰਦੇ ਵੀ ਅਸੀਂ ਧਰਮ ਕਮਾਉਣਾ, ਅਸੀਂ ਉੱਚੇ ਮਰਤਬੇ ਤੇ ਪਹੁੰਚਣਾ। ਮਹਾਰਾਜ ਕਹਿੰਦੇ ਇੱਕ ਊਂਟ ਦੀ ਖੱਲ ਹੀ ਕਾਫੀ ਹੈ। ਇੱਕ ਊਂਟ ਦੀ ਖੱਲ ਦਾ ਮਤਲਬ ਕੱਲੇ ਪਰਮਾਤਮਾ ਦਾ ਨਾਮ ਹੀ ਕਾਫੀ ਹੈ। ਪੂਰੇ ਪਰਮਾਤਮਾ ਸਮਰੱਥ ਗੁਰੂ ਦਾ ਨਾਮ ਲੈ ਲੈ, ਉਸ ਨਾਮ ਨੇ ਤੈਨੂੰ ਪਰਮਾਤਮਾ ਤੱਕ ਪਹੁੰਚਾ ਦੇਣਾ। ਇੱਥੇ 100 ਚੂਹੇ ਦੀ ਖੱਲ ਦਾ ਮਤਲਬ 100 ਤਰ੍ਹਾਂ ਦੇ ਕਰਮ ਕਾਂਡ ਤੂੰ ਕਰੀ ਚੱਲ, ਰੱਬ ਤਾਂ ਵੀ ਨਹੀਂ ਮਿਲਦਾ, ਪਰਮਾਤਮਾ ਤਾਂ ਵੀ ਨਹੀਂ ਮਿਲਦਾ। ਜਿੰਨੀ ਵੱਡੀ ਤੁਸੀਂ ਬਖਸ਼ਿਸ਼ ਚਾਹੁੰਦੇ ਹੋ, ਉਨੀ ਵੱਡੀ ਉਹਦੇ ਲਈ ਤਿਆਰੀ ਵੀ ਕਰਨੀ ਪੈਂਦੀ ਹੈ। ਜਿੰਨੀ ਵੱਡੀ ਤੁਸੀਂ ਲੜਾਈ ਲੜਨੀ ਆ, ਹਥਿਆਰ ਵੀ ਸਾਨੂੰ ਉਹ ਜਿਹੇ ਚਾਹੀਦੇ ਆ। ਪਰ ਅਸੀਂ ਧਰਮ ਦੀ ਦੁਨੀਆ ਵਿੱਚ ਇਹ ਬੜਾ ਅਵੇਸਲਾ ਹੋ ਕੇ ਚੱਲਦੇ ਆ। ਇੱਥੇ ਤਾਂ ਉਹ ਚੋਰ, ਉਹ ਦੁਸ਼ਮਣ ਨੇ ਜਿਹੜੇ ਦਿਸ ਨਹੀਂ ਰਹੇ, ਅੰਦਰ ਹੀ ਬੈਠੇ ਆ ਸਾਰੇ। ਇਸ ਦੇਹੀ ਅੰਦਰ 5 ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਤਾਂ ਉਹਨੇ ਪਿੱਛੇ, ਉਹਨਾਂ ਦੇ ਬੜੀ ਵੱਡੀ ਫੌਜ ਹੈ। ਉਹਨਾਂ ਨਾਲ ਲੜਨ ਵਾਸਤੇ ਤੈਨੂੰ ਤਿਆਰੀ ਵੀ ਉਹੀ ਕਰਨੀ ਪਏਗੀ। ਤੈਨੂੰ ਸਤ, ਸੰਤੋਖ, ਦਇਆ, ਧਰਮ, ਧੀਰਜ ਆਹ ਹਥਿਆਰ ਰੱਖਣੇ ਪੈਣਗੇ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਗਰੀਬੀ ਗਦਾ ਹਮਾਰੀ, ਗਰੀਬੀ ਦੀ ਗਦਾ ਰੱਖ ਕੋਲ, ਖੰਨਾ ਸਗਲ ਨੇਨ ਛਾਰੀ, ਸੰਗਤਾਂ ਦੇ ਚਰਨਾਂ ਦੀ ਧੂੜ ਵੰਡ ਰੂਪੀ ਖੰਡਾ ਹੱਥ ਵਿੱਚ ਫੜ ਲਾ। ਆ ਦੋ ਹਥਿਆਰ ਹੀ ਕਾਫੀ ਨੇ। ਜੇ ਆ ਦੋ ਹਥਿਆਰ ਤੇਰੇ ਕੋਲ ਆ ਗਏ ਤਾਂ ਸਾਰੇ ਵਿਕਾਰਾਂ ਨੂੰ ਖਤਮ ਕਰ ਜਾਏਗਾ, ਸਾਰਿਆਂ ਤੋਂ ਫਤਿਹ ਜਾਬ ਹੋ ਜਾਏਗਾ, ਸਾਰਿਆਂ ਤੋਂ ਜਿੱਤ ਜਾਏਗਾ। ਹੁਣ ਬਿਨਾਂ ਹਥਿਆਰਾਂ ਤੋਂ ਜੇ ਲੜਨ ਜਾਏਗਾ ਫਿਰ ਉਹੀ ਕੁਝ ਹੁੰਦਾ ਜਿਹੜਾ ਬਹੁਤਿਆਂ ਦੀ ਗਿਣਤੀ 'ਚ ਥੋੜਿਆਂ ਨਾਲ ਹੁੰਦਾ। ਫਿਰ ਨਤੀਜੇ ਚੰਗੇ ਨਹੀਂ ਆਉਂਦੇ, ਨਤੀਜੇ ਬੜੇ ਹੀ ਭਿਆਨਕ ਆਉਂਦੇ ਨੇ। ਤਾਂ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵਿੱਚ ਹਉਮੈ ਕਰਮ ਕਮਾਉਂਦੇ ਸਭ ਧਰਮ ਰਾਏ ਕਹਿ ਜਾਹੀ, ਮਨਮੁਖ ਬੰਦਾ ਹਉਮੈ ਹੰਕਾਰ ਵਿੱਚ ਜਿੰਨੇ ਵੀ ਕਰਮ ਕਮਾਉਂਦਾ ਹੈ, ਕਿਉਂਕਿ ਉਹ ਰੱਬ ਨੂੰ ਖਰੀਦਣ ਵਾਸਤੇ ਲੱਗਿਆ ਹੋਇਆ ਹੈ। ਉਹ ਰੱਬ ਨੂੰ ਬੈਗ ਲੈਣਾ ਚਾਹੁੰਦਾ ਹੈ ਵੀ ਮੈਂ ਇੰਨਾ ਕੁਝ ਖਰੀਦ ਲਿਆ, ਰੱਬ ਕਿੱਡੀ ਕੀ ਗੱਲ ਹੈ, ਰੱਬ ਕਿੰਨੀ ਕੁ ਵੱਡੀ ਚੀਜ਼ ਹੈ। ਮੈਂ ਜਿਵੇਂ ਜੇ ਰਾਵਣ ਨੇ ਕਾਲ ਪਾਵੇ ਨਾਲ ਬੰਨਿਆ ਤੇ ਮੈਂ ਰੱਬ ਨਹੀਂ ਘਰ ਵਿੱਚ ਰੱਖ ਸਕਦਾ। ਇੰਨੇ ਲੋਕ ਘਰ 'ਚ ਰਹਿੰਦੇ, ਇੰਨੇ ਕਮਰੇ ਨੇ, ਇੱਕ ਕਮਰੇ 'ਚ ਰੱਬ ਨਹੀਂ ਜਾਏਗਾ। ਕੀ ਫਰਕ ਪੈਣ ਲੱਗਿਆ? ਉਹ ਰੱਬ ਨੂੰ ਖਰੀਦਣਾ ਚਾਹੁੰਦਾ ਪਰ ਰੱਬ ਖਰੀਦਿਆ ਨਹੀਂ ਜਾ ਸਕਦਾ। ਆਪਨ ਬਾਪੈ ਨਹੀਂ ਕਿਸੇ ਕੋ ਭਾਵਨ ਗੋਹਰ ਰਾਜਾ। ਰੱਬ ਕਿਸੇ ਦੇ ਪਿਓ ਦੀ ਵਿਰਾਸਤ ਜਾਇਦਾਦ ਨਹੀਂ ਹੈ ਕਿ ਉਹਦੇ ਬੱਚਿਆਂ ਦੇ ਨਾਂ ਚੜ ਜਾਏਗੀ। ਇਹ ਪ੍ਰੇਮ ਵਾਲਿਆਂ ਦਾ, ਇਹ ਭਾਵਨਾ ਵਾਲਿਆਂ ਦਾ, ਇਹ ਸ਼ਰਧਾ ਵਾਲਿਆਂ ਦਾ, ਜਿਨ੍ਹਾਂ ਨੇ ਉਹਨੂੰ ਆਪਣਾ ਆਪ ਸਮਰਪਣ ਕਰ ਦਿੱਤਾ, ਜਿਨ੍ਹਾਂ ਨੇ ਕਹਿ ਦਿੱਤਾ ਪਰਮਾਤਮਾ ਸੀ ਤੇਰੇ ਜੋਗੇ, ਤੇਰੇ ਵਾਸਤੇ ਤੈਨੂੰ ਮਿਲਣ ਆਇਆ ਪਰਮਾਤਮਾ ਉਹਨਾਂ ਦਾ ਹੈ। ਉਹ ਭਗਤ ਰਵਿਦਾਸ ਵੀ ਹੋ ਸਕਦਾ ਹੈ, ਉਹ ਕਬੀਰ ਸਾਹਿਬ ਵੀ ਹੋ ਸਕਦੇ, ਉਹ ਨਾਮਦੇਵ ਜੀ ਵੀ ਹੋ ਸਕਦੇ ਹੈ, ਉਹ ਭਗਤ ਤਰਲੋਚਨ ਵੀ ਹੋ ਸਕਦਾ, ਸਤਨਾ ਕਸਾਈ ਵੀ ਹੋ ਸਕਦਾ ਹੈ, ਸੈਣ ਨਾਈ ਵੀ ਹੋ ਸਕਦਾ। ਉੱਥੇ ਜਾਤ ਬਰਾਦਰੀ ਕਰਮ ਕਾ ਕੋਈ ਵੀ ਗੱਲ ਮੈਨਾਂ ਨਹੀਂ ਰਖਾਉਂਦੀ। ਜਿਹਨੇ ਸਮਰਪਣ ਕਰ ਦਿੱਤਾ ਰੱਬ ਉਸੇ ਦਾ ਹੀ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਰੱਬ ਪ੍ਰੇਮ ਦਾ ਭੁੱਖਾ ਹੈ, ਰੱਬ ਪਿਆਰ ਦਾ ਭੁੱਖਾ ਹੈ, ਰੱਬ ਸਾਡੇ ਅੰਦਰੋਂ ਸਾਡੀ ਸ਼ਰਧਾ ਦਾ ਭੁੱਖਾ ਹੈ। ਇਹ ਜਿਹਦੇ ਕੋਲ ਹੋਵੇ ਰੱਬ ਉਹਨਾਂ ਦਾ ਹੀ ਬਣ ਜਾਂਦਾ ਹੈ। ਪਰ ਜਿਹੜੇ ਮਨਮੁਖ ਲੋਕ ਨੇ ਹਉਮੈ 'ਚ ਕਰਮ ਕਮਾਉਂਦੇ ਆ, ਉਹ ਸਾਰੇ ਕੀਤੇ ਹੋਏ ਕਰਮ ਕਾਂਡ, ਪਰ ਉਹ ਸਾਰੇ ਵੱਡੇ ਰਜਿਸਟਰ ਬੜੀਆਂ ਬਈਆਂ ਬਣ ਕੇ ਜਿਹੜੀਆਂ ਨੇ ਉਹ ਧਰਮਰਾਜ ਦੇ ਕੋਲ ਜਾਂਦੀਆਂ ਤੇ ਧਰਮਰਾਜ ਕੋਲ ਜਾ ਕੇ ਖੱਜਲ ਹੋਣਾ ਪੈਂਦਾ ਹੈ। ਗੁਰਮੁਖ ਹੱਥੀ ਨਿਰਮਲੇ ਗੁਰ ਕਾ ਸੰਪਦ ਸੁਭਾਇ। ਸਤਿਗੁਰੂ ਕਹਿੰਦੇ ਪਰ ਜਿਹੜੇ ਗੁਰਮੁਖ ਨੇ ਉਹ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਪਿਆਰ ਵਿੱਚ ਟਿਕ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਹੁੰਦੇ ਹਨ। ਉਹਨਾਂ ਦਾ ਜੀਵਨ ਅੱਛਾ ਭਾਵ ਚੰਗਾ ਹੋ ਜਾਂਦਾ ਹੈ ਕਿਉਂਕਿ ਚੰਗੇ ਗੁਣ ਆ ਗਏ। ਜਿਹਦੇ ਅੰਦਰ ਚੰਗੇ ਗੁਣ ਆ ਜਾਣ ਉਹ ਚੰਗਾ ਹੋ ਜਾਂਦਾ। ਹੁਣ ਕਿਸੇ ਦੀ ਚੰਗੇ ਗੁਣਾਂ ਨਾਲ ਸ਼ਕਲ ਨਹੀਂ ਬਦਲਦੀ, ਚੰਗੇ ਗੁਣ ਆ ਜਾਣ ਕਿਸੇ ਦਾ ਰੰਗ ਰੂਪ ਨਹੀਂ ਬਦਲਦਾ। ਸੰਗਤ ਵਿੱਚ ਅਸੀਂ ਆਉਂਦੇ ਹਾਂ, ਜੇ ਕੋਈ ਕੱਲ ਇਹ ਸੋਚੇ ਵੀ ਸੰਗਤ ਕਰ ਕਰਕੇ ਸਾਡਾ ਚਿਹਰਾ ਮੋਹਰਾ ਬਦਲ ਜਾਏਗਾ, ਨਹੀਂ ਬਦਲਣਾ। ਸੰਗਤ ਕਰਕੇ ਕੋਈ ਸੋਚੇ ਮੇਰਾ ਰੰਗ ਅੱਜ ਕੱਲ੍ਹ ਤੋਂ ਵਰਨਾ ਗੋਰਾ ਹੋ ਜਾਏਗਾ, ਨਹੀਂ ਹੋਣਾ। ਸੰਗਤ ਕਰਕੇ ਸਾਡੇ ਵਿਚਾਰ ਬਦਲ ਜਾਣਗੇ, ਸੰਗਤ ਕਰਕੇ ਸਾਡੇ ਖਿਆਲ ਬਦਲ ਜਾਣਗੇ, ਸੰਗਤ ਕਰਕੇ ਸਾਡੇ ਔਗਣ ਖਤਮ ਤੇ ਗੁਣਾਂ 'ਚ ਵਾਧਾ ਹੋ ਜਾਏਗਾ। ਜਦੋਂ ਗੁਣ ਆ ਜਾਣ, ਜਦੋਂ ਖਿਆਲ ਬਦਲ ਜਾਣ, ਵਿਚਾਰ ਬਦਲ ਜਾਣ, ਫਿਰ ਅਸੀਂ ਇਹ ਥੋੜੀ ਕਹਿੰਦੇ ਹਾਂ ਵੀ ਤੇਰਾ ਰੰਗ ਬਦਲ ਗਿਆ, ਅਸੀਂ ਕਹਿੰਦੇ ਹਾਂ ਵੀ ਬੰਦਾ ਬਹੁਤ ਬਦਲ ਗਿਆ ਕਿਉਂਕਿ ਉਹਦੇ ਖਿਆਲ ਬਦਲ ਗਏ, ਉਹਦੇ ਵਿਚਾਰ ਬਦਲ ਗਿਆ, ਉਹਦੀ ਸੋਚ ਬਦਲ ਗਈ, ਉਹਦੀ ਸਿਮਰਤੀ ਬਦਲ ਗਈ ਆ। ਤੇ ਗੁਰੂ ਕੋਲ ਰਹਿਣ ਵਾਲੇ, ਗੁਰੂ ਦੇ ਸਨਮੁਖ ਰਹਿਣ ਵਾਲੇ ਉਹ ਗੁਣਾਂ ਦੇ ਧਾਰਨੀ ਹੁੰਦੇ ਹਨ। ਗੁਣਾਂ ਨੂੰ ਧਾਰਨ ਕਰਕੇ ਉਹਨਾਂ ਦੇ ਜੀਵਨ ਅੱਛੇ, ਚੰਗੇ, ਨਿਰਮਲ, ਉੱਚੇ ਤੇ ਸੁੱਚੇ ਬਣ ਜਾਂਦੇ ਹਨ। ਉਹ ਨਾਮ ਮੈਂ ਪਤੰਗ ਨਾ ਲਗਾਈ ਜੇ ਚੱਲਣ ਸਤਿਗੁਰ ਭਾਈ। ਭਾਈ ਦਾ ਮਤਲਬ ਹੁੰਦਾ ਹੁਕਮ ਵਿੱਚ, ਜਿਹੜੇ ਗੁਰੂ ਦੇ ਹੁਕਮ ਵਿੱਚ ਗੁਰੂ ਦੇ ਅਨੁਸਾਰੀ ਹੋ ਕੇ ਚੱਲਦੇ ਆ। ਮੈਂ ਫਿਰ ਬੇਨਤੀ ਕਰਾਂ, ਸਿੱਖੀ ਦੀ ਆਰੰਭਤਾ ਕਿੱਥੋਂ ਹੁੰਦੀ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇੱਥੇ ਲੋਕਾਂ ਨੇ ਕਿਹਾ ਜੋਗੀ ਬਣੋ, ਜੰਗ ਬਣੋ, ਸੰਨਿਆਸੀ ਬਣੋ, ਸਰੇਵੜੇ ਬਣੋ, ਮੁਸਲਮਾਨ ਬਣੋ, ਹਿੰਦੂ ਬਣੋ। ਕੋਈ ਕਹਿੰਦਾ ਜੈਨੀ ਬਣ, ਕੋਈ ਕਹਿੰਦਾ ਬੋਧੀ ਬਣ। ਸਤਿਗੁਰੂ ਕਹਿੰਦੇ ਮੈਨੂੰ ਜੈਨੀ, ਬੋਧੀ, ਹਿੰਦੂ, ਸਿੱਖ, ਮੁਸਲਮਾਨ ਕੋਈ ਫਰਕ ਨਹੀਂ ਹੈ, ਮੈਂ ਤਾਂ ਸਚਿਆਰ ਲੱਭ ਰਿਹਾ। ਇੱਥੇ ਸੱਚੇ ਬਣੋ, ਸਚਿਆਰ ਬਣੋ। ਗੁਰਮੁਖ ਖੋਜਤ ਭਏ ਉਦਾਸੀ। ਸਿੱਧਾ ਨੇ ਪੁੱਛਿਆ ਸੀ ਤੁਸੀਂ ਕਿਸ ਪਰਪਸ ਲਈ ਇਹ ਉਦਾਸੀਆਂ ਵਾਸਤੇ ਤੁਰੇ ਹੋ? ਕਿਹੜਾ ਮਕਸਦ ਤੁਹਾਡਾ ਕੀ ਹੈ? ਕਿੰਨਾਂ ਨੂੰ ਲੱਭਣ ਵਾਸਤੇ ਚੱਲੇ ਹੋ? ਮਾਰੇ ਕਹਿੰਦੇ ਮੈਂ ਗੁਰਮੁਖਾਂ ਨੂੰ ਲੱਭਣ ਵਾਸਤੇ ਤੁਰਿਆ ਹੋਇਆ, ਜਿਹੜੇ ਸੱਚ ਨਾਲ ਜੁੜੇ ਹੋਇਆ, ਮੈਂ ਉਹਨਾਂ ਨੂੰ ਲੱਭਣ ਵਾਸਤੇ ਤੁਰਿਆ ਹੋਇਆ। ਸਿੱਖੀ ਦਾ ਸਭ ਤੋਂ ਪਹਿਲਾ ਲੈਸਨ ਤੇ ਆਖਰੀ ਲੈਸਨ ਇਹ ਹੈ ਗੁਰੂ ਦੇ ਹੁਕਮ ਵਿੱਚ ਚੱਲਣਾ, ਔਰ ਸਭ ਤੋਂ ਔਖਾ ਵੀ ਇਹੀ ਹੈ। ਸਿੱਖੀ ਕਮਾਉਣੀ ਔਖੀ ਨਹੀਂ, ਅੰਮ੍ਰਿਤ ਛਕਣਾ ਕੋਈ ਔਖਾ ਨਹੀਂ, ਪਰ ਉਸ ਤੋਂ ਬਾਅਦ ਜਿਹੜਾ ਹੁਕਮ ਮਿਲਦਾ ਉਹ ਨਿਭਾਉਣਾ ਔਖਾ ਹੈ। ਪੰਜ ਕਕਾਰ ਤਾਂ ਕੋਈ ਵੀ ਦੁਕਾਨ ਤੋਂ ਲੈ ਕੇ ਪਾ ਲਏਗਾ, ਪਰ ਜਿਹੜਾ ਪੰਜ ਪਿਆਰਿਆਂ ਨੇ ਹੁਕਮ ਦੇਣਾ ਉਹ ਨਿਭਾਉਣਾ ਸਾਰੀ ਜ਼ਿੰਦਗੀ ਔਖਾ ਹੈ। ਔਰ ਜਿਹੜੇ ਗੁਰੂ ਦਾ ਹੁਕਮ ਨਿਭਾ ਜਾਂਦੇ ਆ, ਗੁਰੂ ਦੇ ਅਨੁਸਾਰ ਹੀ ਆਪਣਾ ਜੀਵਨ ਲੈ ਕੇ ਚੱਲਦੇ ਆ, ਉਹਨਾਂ ਨੂੰ ਵਿਕਾਰਾਂ ਦੀ
ਮਤਲਬ ਰੱਤਾ ਭਰ ਵੀ ਕੋਈ ਵਕਾਰਾਂ ਦੀ ਮੈਲ ਨਹੀਂ ਲੱਗਦੀ ਜੀ। ਮਨ ਮੁਖ ਝੂਠ ਨ ਉਤਰੈ ਜੀ ਸੋ ਧੂਵਣ ਪਾਈ। ਦੂਸਰੇ ਪਾਸੇ ਮਨ ਹੁਣ ਗੁਰਮੁਖ ਤੇ ਮਨਮੁਖ ਦੀ ਗੱਲ ਬਰਾਬਰ ਚੱਲ ਰਹੀ ਹੈ ਨਾ। ਜਦੋਂ ਕੰਪੈਰੀਜ਼ਨ ਨਾਲ ਹੋਏਗਾ ਮਨਮੁਖ ਕੀ ਹੈ ਗੁਰਮੁਖ ਕੀ ਹੈ ਤਾਂ ਗੱਲ ਸਮਝ ਆਉਂਦੀ ਹੈ। ਇੱਕ ਪਾਸੇ ਗੁਰਮੁਖ ਦੀ ਗੱਲ ਕਰੀ ਜਾਈਏ ਜਾਂ ਮਨਮੁਖ ਦੀ ਗੱਲ ਕਰੀ ਜਾਈਏ ਕਈ ਵਾਰ ਸਮਝਣ ਲੱਗਿਆ ਤੰਗੀ ਆ ਜਾਂਦੀ ਹੈ, ਦਿੱਕਤ ਆ ਜਾਂਦੀ ਹੈ। ਸਤਿਗੁਰੂ ਇੱਕ ਪੰਕਤੀ ਚ ਮਨਮੁਖ ਦੀ ਗੱਲ ਕਰ ਰਹੇ ਆ, ਇੱਕ ਚ ਗੁਰਮੁਖ ਦੀ ਕਰ ਰਹੇ ਆ। ਗੁਰਮੁਖ ਜਿਹੜਾ ਗੁਰੂ ਅਨੁਸਾਰ ਚੱਲਦਾ ਮੈਲ ਬਿਲਕੁਲ ਨਹੀਂ ਲੱਗਦੀ, ਪਰ ਜਿਹੜਾ ਮਨਮੁਖ ਮਨ ਦੇ ਪਿੱਛੇ ਤੁਰਨ ਵਾਲਾ ਮਹਾਰਾਜ ਕਹਿੰਦੇ 100 ਵਾਰ ਤੀਰਥਾਂ ਤੇ ਜਾ ਕੇ ਤਨ ਧੋਈ ਜਾਵੇ ਪਰ ਉਹਦੇ ਮਨ ਨੂੰ ਲੱਗੀ ਹੋਈ ਵਿਕਾਰਾਂ ਦੀ ਝੂਠ ਕਦੇ ਵੀ ਨਹੀਂ ਲੈਂਦੀ। ਉਹਦਾ ਮਨ ਨਿਰਮਲ ਨਹੀਂ ਹੁੰਦਾ ਕਿਉਂਕਿ ਉਹ ਤਨ ਤੇ ਹੀ ਸਾਰਾ ਜ਼ੋਰ ਲਾਇਆ ਹੋਇਆ ਹੈ। ਮਨ ਮੈਲਾ ਹੈ, ਉਹ ਤਨ ਨੂੰ ਸਾਫ਼ ਕਰ ਰਿਹਾ, ਫਿਰ ਕਿਵੇਂ ਉਜਲਾ ਤੇ ਕਿਵੇਂ ਸਵੱਛ ਹੋਏਗਾ। ਸਤਿਗੁਰੂ ਪਾਤਸ਼ਾਹ ਦੇ ਘਰ ਵਿੱਚ ਇਹ ਖੂਬੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਅੱਗੇ ਸਿੱਖਾਂ ਤੋਂ ਕਈ ਮਹੀਨੇ ਇਸ਼ਨਾਨ ਪਾਣ ਵਿੱਚ ਵੀ ਤੰਗੀ ਆ ਜਾਂਦੀ ਸੀ। ਜੰਗਲਾਂ ਮੇਲਿਆਂ 'ਚ ਰਹਿਣਾ, ਜੰਗ ਜੁੱਧ ਲੱਗੇ ਹੋਣੇ, ਘਰ ਪਰਿਵਾਰ ਤੋਂ ਛੱਡ ਕੇ ਜੰਗਲਾਂ ਮੇਲਿਆਂ 'ਚ ਗਏ ਹੋਏ ਆ। ਪਤਾ ਨਹੀਂ ਹੁਣ ਉੱਥੇ ਇਸ਼ਨਾਨ ਕਦੇ ਹੁੰਦਾ ਕਦੇ ਨਹੀਂ, ਪਰ ਮਨ ਦੇ ਸਾਫ਼ ਨੇ। ਮਨ ਤੋਂ ਉਹਨਾਂ ਨੇ ਬਾਣੀ ਪੜ੍ਹ ਕੇ ਮੈਲ ਲਾਈ ਹੋਈ ਹੈ। ਸਿਮਰਨ ਕਰ ਕਰਕੇ ਮਨ ਉਜਲਾ ਕੀਤਾ। ਉਹ ਜਿੱਥੇ ਵੀ ਬੈਠਿਆ ਗੁਰੂ ਦੇ ਚਰਨਾਂ ਵਿੱਚ ਬੈਠਿਆ। ਇੱਕ ਮਨਮੁਖ ਬੰਦਾ ਜਿਹੜਾ ਕੱਲਾ ਨਹਾਉਣ ਤੱਕ ਹੀ ਸੀਮਤ ਹੈ, ਕੱਲਾ ਤਨ ਨੂੰ ਸਾਫ਼ ਕਰਨ ਤੱਕ ਹੀ ਸੀਮਤ ਹੈ। ਪਾਤਸ਼ਾਹ ਜਦੋਂ 100 ਵਾਰੀ ਵੀ ਤਨ ਧੋ ਲੇ ਪਰ ਉਹਦਾ ਮਨ ਸਾਫ਼ ਨਹੀਂ ਹੁੰਦਾ। ਜਾਂ ਮਹਾਰਾਜ ਕਹਿੰਦੇ ਉਹ ਆਪਣੇ ਹੀ ਹਿਸਾਬ ਨਾਲ ਕਰਮ ਕਾਂਡ ਕਰਕੇ, ਕੋਈ ਉਪਾਅ ਕਰਕੇ, ਕੋਈ ਨਿੱਕੇ ਨਿੱਕੇ ਕਰਮ ਕਰਕੇ ਕਦੇ ਮਨ ਨਿਰਮਲ ਹੋ ਜਾਏਗਾ। ਪਾਤਸ਼ਾਹ ਕਹਿੰਦੇ ਐਵੇਂ ਵੀ ਨਿਰਮਲ ਨਹੀਂ ਹੋਣਾ। ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੇ ਪਿੱਛੇ ਚੱਲਣਾ ਪਏਗਾ। ਗੁਰੂ ਜੋ ਉਪਦੇਸ਼ ਦੇਗਾ, ਨਾਮ ਦੇਗਾ, ਸ਼ਬਦ ਦੇਗਾ, ਉਸ ਸ਼ਬਦ ਨੂੰ ਕਮਾ ਕੇ ਹੀ ਇਹ ਮਨ ਜਿਹੜਾ ਸਾਫ਼ ਹੁੰਦਾ ਹੈ, ਮਨ ਤੋਂ ਵਿਕਾਰਾਂ ਦੀ ਮੈਲ ਲੈਂਦੀ ਹੈ। ਨਾਨਕ ਗੁਰਮੁਖ ਮੇਲਿਆ ਨਾ ਗੁਰ ਕੈ ਅੰਕ ਸਮਾਈ। ਪਾਤਸ਼ਾਹ ਕਹਿੰਦੇ ਆ ਹੇ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਗੁਰੂ ਦੀ ਗੋਦ ਵਿੱਚ ਲੀਨ ਕਰਕੇ ਪ੍ਰਮਾਤਮਾ ਨੇ ਆਪ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਮਿਲਾਇਆ ਹੁੰਦਾ ਹੈ। ਆਪ ਹੀ ਸਾਰਾ ਕੁਝ ਉਹ ਪ੍ਰਮਾਤਮਾ ਕਰਦਾ ਹੈ, ਆਪ ਹੀ ਗੁਰੂ ਦਾ ਰਸਤਾ ਦਿਖਾਉਂਦਾ ਹੈ, ਫਿਰ ਗੁਰੂ ਰਾਹੀਂ ਫਿਰ ਆਪ ਮਿਲ ਪੈਂਦਾ ਹੈ। ਜਿਹੜਾ ਅੱਜ ਕੋਈ ਗੁਰੂ ਦੇ ਚਰਨਾਂ ਵਿੱਚ ਮਨ ਜਿਸ ਬਿਰਤੀਆਂ ਇਕਾਗਰ ਕਰਕੇ ਗੁਰੂ ਦੇ ਸ਼ਬਦ ਵਿੱਚ ਲੀਨ ਹੋਇਆ ਬੈਠਾ, ਤਾਂ ਯਾਦ ਰੱਖਿਓ ਉਹਨੂੰ ਪਰਮਾਤਮਾ ਨੇ ਬਿਠਾਇਆ ਹੋਇਆ ਹੈ, ਪਰਮਾਤਮਾ ਨੇ ਉਹਨੂੰ ਲੀਨ ਕੀਤਾ ਹੈ, ਪਰਮਾਤਮਾ ਨੇ ਉਹਦਾ ਇਹ ਸੰਜੋਗ ਤੇ ਸਬਬ ਬਣਾਇਆ ਹੈ। ਕਿਰਪਾ ਕਰੇ ਸਤਿਗੁਰੂ ਕਹਿੰਦੇ ਉਹ ਸੰਜੋਗ ਔਰ ਸਬਬ ਸਾਡਾ ਵੀ ਬਣਦਾ ਹੈ। ਸਾਨੂੰ ਵੀ ਪਰਮਾਤਮਾ ਗੁਰੂ ਕੋਲ ਹਰ ਰੋਜ਼ ਲੈ ਕੇ ਆਉਂਦਾ, ਭੇਜਦਾ, ਅਸੀਂ ਆਉਂਦੇ ਹਾਂ। ਕਹਿੰਦੇ ਇੱਥੇ ਬੈਠ ਕੇ ਗੁਰੂ ਦਾ ਸ਼ਬਦ ਲੈ ਲਈਏ, ਉਹ ਸ਼ਬਦ ਕੰਨਾਂ ਰਾਹੀਂ ਅੱਖਾਂ ਰਾਹੀਂ ਅੰਦਰ ਚਲਿਆ ਜਾਏ। ਔਰ ਜਿਵੇਂ ਭੋਜਨ ਮੁਖ ਰਾਹੀਂ ਅੰਦਰ ਜਾਂਦਾ ਹੈ, ਕੰਨਾਂ ਰਾਹੀਂ ਭਜਨ ਅੰਦਰ ਜਾਂਦਾ ਹੈ, ਉਹ ਭਜਨ ਉਹ ਸ਼ਬਦ ਦਾ ਭੋਜਨ ਮਨ ਤੱਕ ਚਲਿਆ ਜਾਏ। ਮਨ ਵਿੱਚ ਸ਼ਬਦ ਵਸ ਜਾਏ, ਮਨ ਵਿੱਚ ਨਾਮ ਵਸ ਜਾਏ, ਮਨ ਵਿੱਚ ਗੁਰਮਤਿ ਵਸ ਜਾਏ, ਮਨ ਵਿੱਚ ਉਪਦੇਸ਼ ਵਸ ਜਾਏ, ਜਿਹਦੇ ਨਾਲ ਅਸੀਂ ਵੀ ਮਨਮੁਖ ਤੋਂ ਗੁਰਮੁਖ ਬਣ ਜਾਈਏ। ਜਿਹੜੀ ਅੱਜ ਇੰਨਾ ਜਵਾਨ ਸਰੀਰ ਹੋਣ ਦੇ ਬਾਵਜੂਦ ਸਾਡੀ ਸੁਰਤ ਬਜ਼ੁਰਗਾਂ ਵਰਗੀ ਹੈ, ਉਹ ਸੁਰਤ ਕਦੇ ਬਿਰਧ ਨਾ ਹੋਵੇ, ਉਹ ਸੁਰਤ ਕਦੇ ਕਮਜ਼ੋਰ ਨਾ ਹੋਵੇ, ਹਮੇਸ਼ਾ ਬਲਵਾਨ ਰਵੇ। ਸੁਰਤ ਨੂੰ ਬਲਵਾਨ ਰੱਖਣ ਦਾ ਇੱਕੋ ਹੀ ਇੱਕ ਤਰੀਕਾ ਹੈ, ਗੁਰਸ਼ਬਦ ਦੀ ਕਮਾਈ, ਗੁਰਸ਼ਬਦ ਦਾ ਸਿਮਰਨ, ਬਾਣੀ ਬਾਣਾ ਨਿਤਨੇਮ ਸੇਵਾ ਸਿਮਰਨ, ਇਹਦੇ ਨਾਲ ਸੁਰਤ ਬਲਵਾਨ ਰਹਿੰਦੀ ਹੈ। ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਗੁਰਮਤਿ ਦੀ ਸੋਝੀ ਪ੍ਰਾਪਤ ਹੋਵੇ, ਸਾਰਿਆਂ ਨੂੰ ਸਤਿਗੁਰੂ ਨਾਮਦਾਨ ਦੀ ਦਾਤ ਬਖਸ਼ਣ, ਸ਼ਬਦ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਮ ਕਰ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। तमाम ਭੁੱਲਾਂ ਚੁੱਕਾਂ ਦੀ ਖਿਮਾ ਦਿਓ। ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ ਜੀ। ਮਨ ਮੁਖ ਝੂਠ ਨ ਉਤਰੈ ਜੀ ਸੋ ਧੂਵਣ ਪਾਈ। ਨਾਨਕ ਗੁਰਮੁਖ ਮੇਲਿਆ ਨਾ ਗੁਰ ਕੈ ਅੰਕ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ। ਦੂਤਾਂ ਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ